ਪਿਆਰੇ ਕਿਸਾਨ ਵੀਰੋ ਤੇ ਭੈਣੋ, ਖੇਤੀ ਦੇ ਵਿੱਚ ਆਪਾਂ ਹਮੇਸ਼ਾ ਇਹ ਗੱਲ ਤੁਹਾਡੇ ਨਾਲ ਕਰਦੇ ਰਹਿੰਦੇ ਆ ਕਿ ਤਕਨੀਕੀ ਗਿਆਨ ਬਹੁਤ ਜ਼ਰੂਰੀ ਹੈ ਤੇ ਤਕਨੀਕੀ ਗਿਆਨ ਮਾਹਿਰਾਂ ਕੋਲੋਂ ਤੇ ਪ੍ਰਾਪਤ ਹੁੰਦਾ ਹੈ। ਨਾਲ ਦੇ ਨਾਲ ਜਦੋਂ ਅਸੀਂ ਖੇਤਾਂ 'ਚ ਜਾ ਕੇ ਗੱਲਾਂ ਬਾਤਾਂ ਕਰਨੇ ਆ, ਵਿਚਾਰ ਸਾਂਝੇ ਕਰਨੇ ਆ ਤੇ ਖੇਤ ਦਿਵਸ ਇੱਕ ਬਣ ਜਾਂਦਾ ਤੇ ਉਹਦੇ ਜ਼ਰੀਏ ਜਿਹੜਾ ਗਿਆਨ ਸਾਨੂੰ ਮਿਲਦਾ ਹੈ ਉਹ ਫਿਰ ਪੁਖਤਾ ਹੁੰਦਾ ਤੇ ਮਜ਼ਬੂਤ ਹੁੰਦਾ। ਇਸੇ ਕਰਕੇ ਅੱਜ ਆਪਾਂ ਆਏ ਹਾਂ ਪਿੰਡ ਹਰੀਪੁਰ, ਬਲਾਕ ਆਦਮਪੁਰ ਦਾ ਇਹ ਪਿੰਡ ਹੈ, ਜ਼ਿਲ੍ਹਾ ਜਲੰਧਰ ਦਾ। ਇੱਥੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਸੁਰਿੰਦਰ ਸਿੰਘ ਵੀ ਨੇ, ਡਿਪਟੀ ਡਾਇਰੈਕਟਰ KVK ਵੀ ਇੱਥੇ ਡਾਕਟਰ ਸੰਜੀਵ ਕਟਾਰੀਆ ਵੀ ਨੇ, ਔਰ ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ ਡਾਕਟਰ ਸਤਨਾਮ ਸਿੰਘ, ਉਹਨਾਂ ਦੇ ਨਾਲ ਪੂਰਾ ਮਹਿਕਮੇ ਦੇ ਕਾਫੀ ਅਧਿਕਾਰੀ ਇੱਥੇ ਹੈਗੇ ਨੇ, ਔਰ ਸਕੱਤਰ ਜਿਹੜੇ ਨੇ ਸਹਿਕਾਰੀ ਸਭਾ ਦੇ ਸੁਖਵਿੰਦਰ ਕੁਮਾਰ ਜੀ ਉਹ ਵੀ ਨੇ, ਔਰ ਨਾਲ ਦੇ ਨਾਲ ਜੇ ਗੱਲ ਕਰੀਏ ਤੇ ਇੱਥੇ ਡਾਕਟਰ ਅਮਰਜੀਤ ਸਿੰਘ ਬੱਲ ਖੇਤੀਬਾੜੀ ਅਫਸਰ ਉਹ ਵੀ ਇੱਥੇ ਮੌਜੂਦ ਨੇ। ਸੋ ਗੱਲਾਂ ਬਾਤਾਂ ਕਰਾਂਗੇ। ਇਲਾਕੇ ਦੇ ਕਿਸਾਨ ਵੀ ਹੈਗੇ ਨੇ ਜਿਨ੍ਹਾਂ ਨੇ ਕਣਕ ਦੀ ਬਿਜਾਈ ਕੀਤੀ ਹੈ, ਨਵੀਆਂ ਤਕਨੀਕਾਂ ਨਾਲ ਕੀਤੀ ਹੈ। ਇਹਦੇ ਬਾਰੇ ਸਾਰੀਆਂ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਤਾਂ ਕਿ ਤੁਹਾਡੇ ਤੱਕ ਤਕਨੀਕੀ ਗਿਆਨ ਬਿਲਕੁਲ ਸਿੱਧਾ ਪੁੱਜ ਸਕੇ। ਡਾਕਟਰ ਸੁਰਿੰਦਰ ਸਿੰਘ ਜੀ, ਤੁਸੀਂ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਹੋ ਤੇ ਜਦੋਂ ਅਸੀਂ ਗੱਲ ਕਰਨੇ ਆ ਖੇਤੀ ਤਕਨੀਕਾਂ ਦੀ ਤੇ ਮਹਿਕਮਾ ਜ਼ਰਾਇਤ ਦਾ ਬੜਾ ਵੱਡਾ ਨੁਮਾਇਆ ਰੋਲ ਹੁੰਦਾ ਹੈ, ਔਰ ਤੁਸੀਂ ਜ਼ਿਲ੍ਹੇ ਦੇ ਵਿੱਚ ਕੰਮ ਕਰਨ ਡਏ ਹੋ। ਕੀ ਸਮਝਦੇ ਹੋ ਕਿ ਇਸ ਵੇਲੇ ਕਣਕ ਦੀ ਬਿਜਾਈ ਦੀ ਕੀ ਸਥਿਤੀ ਹੈ? ਪਰਾਲੀ ਨੂੰ ਸਾਂਭਣ ਵਾਸਤੇ ਕਿਸਾਨਾਂ ਨੇ ਕਿੰਨਾ ਕੁ ਉਪਰਾਲਾ ਕੀਤਾ ਹੈ? ਤੁਹਾਡੀ ਗੱਲ ਕਿੰਨੀ ਕੁ ਮੰਨੀ ਹੈ? ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਗੁਲਾਟੀ ਜੀ, ਜਿੱਥੋਂ ਤੱਕ ਆਪਾਂ ਕਣਕ ਦੀ ਗੱਲ ਕਰੀਏ ਤਾਂ ਤਕਰੀਬਨ ਜ਼ਿਲ੍ਹੇ 'ਚ 1,73,000 ਹੈਕਟੇਅਰ ਸਾਡਾ ਜ਼ਿਲ੍ਹੇ ਦੇ ਵਿੱਚ ਕਣਕ ਦਾ ਰਕਬਾ ਜੀ, ਔਰ ਇਸ ਸਮੇਂ ਸਾਡੀ ਤਕਰੀਬਨ 90% ਤੋਂ ਜ਼ਿਆਦਾ ਜਿਹੜੀ ਇਹ ਕਣਕ ਉਹ ਬਿਜਾਈ ਹੋ ਗਈ ਹੈ। ਔਰ ਮੈਂ ਸਮਝਦਾ ਕਿਉਂਕਿ ਅਸੀਂ ਪਿਛਲੇ ਸਮੇਂ ਲਗਾਤਾਰ ਜਿਹੜੀ ਖੇਤੀ ਮਸ਼ੀਨਰੀ ਕਿਸਾਨਾਂ ਤੱਕ ਪਹੁੰਚਾਈ ਹੈ, ਔਰ ਸੁਸਾਇਟੀਆਂ ਵਿੱਚ ਵੀ ਪਹੁੰਚਾਈ ਹੈ, ਔਰ ਕੁਝ ਪੰਚਾਇਤਾਂ ਨੇ ਵੀ ਲਈ ਹੈ, ਔਰ ਜੇ ਇੰਡੀਵਿਜੂਅਲ ਸਾਡੇ ਗਰੁੱਪ ਸੀ ਉਹਨਾਂ ਨੇ ਕਿਸਾਨਾਂ ਨੇ ਲਈ ਹੈ, ਔਰ ਇਸੇ ਤਰ੍ਹਾਂ ਹੀ ਸਾਡੇ ਜਿਹੜੇ ਕਿਸਾਨ ਗਰੁੱਪ ਸੀ ਉਹਨਾਂ ਨੇ ਜਿਹੜੀ ਮਸ਼ੀਨਰੀ ਉਹ ਕਾਫੀ ਹੱਦ ਤੱਕ ਅਸੀਂ ਸਬਸਿਡੀ ਦੇ ਥਰੂ ਪਹੁੰਚਾਈ ਹੈ। ਔਰ ਜੇਕਰ ਆਪਾਂ ਗੱਲ ਕਰੀਏ ਇਸ ਖੇਤੀ ਮਸ਼ੀਨਰੀ ਦੇ ਤਹਿਤ ਜਾਂ ਪਰਾਲੀ ਨੂੰ ਸਾਂਭਣ ਦੀ ਗੱਲ ਕਰੀਏ ਤੇ ਅਸੀਂ ਸਿਰਫ ਜਿਹੜੀ ਆਪਾਂ ਸੁਪਰ ਸੀਡਰ ਜਿਹੜੀ ਮਸ਼ੀਨ ਆ ਜਿਹੜੀ ਵਿੱਚੇ ਬਿਜਾਈ ਕਰਦੀ, ਵਿੱਚੇ ਹੀ ਸਾਡੀ ਆਪਣਾ ਸੁਹਾਗਾ ਫੇਰਦੀ ਔਰ ਸਾਰੇ ਆਪਰੇਸ਼ਨ ਜਿਹੜੇ ਇਕੱਠੇ ਕਰਦੀ, ਉਹਦੇ ਨਾਲ ਤਕਰੀਬਨ ਸਾਡਾ 50% ਜਿਹੜਾ ਰਕਬਾ ਉਹ ਕਣਕ ਦਾ ਉਹ ਬੀਜਿਆ ਗਿਆ। ਔਰ ਬਾਕੀ ਜਿਹੜੀ ਖੇਤੀ ਮਸ਼ੀਨਰੀ ਦੀ ਆਪਾਂ ਗੱਲ ਕਰੀਏ, ਬਹੁਤ ਸਾਰੀਆਂ ਸੁਸਾਇਟੀਆਂ ਸਾਡੀਆਂ ਬਹੁਤ ਵਧੀਆ ਔਰ ਕਿਸਾਨਾਂ ਨੂੰ ਆਪਣੇ ਨੋਮੀਨਲ ਚਾਰਜਸ 'ਤੇ ਕਿਰਾਏ 'ਤੇ ਦੇ ਰਹੀਆਂ ਨੇ, ਔਰ ਬੜੀ ਸਫਲਤਾਪੂਰਵਕ ਜਿਹੜੇ ਕਿਸਾਨ ਛੋਟੇ ਸਾਡੇ ਕਿਸਾਨ ਨੇ ਉੱਥੋਂ ਲੈ ਕੇ ਇਹ ਬਿਜਾਈ ਕਰ ਰਹੇ ਨੇ। ਇਸੇ ਤਰ੍ਹਾਂ ਹੀ ਸਾਡੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਵੀ ਇਹ ਕਿਸਾਨਾਂ ਨੂੰ ਜਿਹੜੀ ਮਸ਼ੀਨਰੀ ਹੈ ਉਹ ਮੁਹੱਈਆ ਕਰਵਾ ਰਹੀ ਹੈ। ਔਰ ਹੁਣ ਵੀ ਅਸੀਂ ਜਿਹੜੇ ਪਿੱਛੇ ਪੋਰਟਲ ਸਾਡਾ ਖੋਲ੍ਹਿਆ ਸੀ ਖੇਤੀ ਮਸ਼ੀਨਰੀ ਦਾ, ਉਹ ਤਕਰੀਬਨ ਕੋਈ 1300 ਤੋਂ ਜਿਹੜੇ ਸਾਡੀਆਂ ਅਰਜ਼ੀਆਂ ਸੀ ਉਹ ਉਸ ਪੋਰਟਲ 'ਤੇ ਪ੍ਰਾਪਤ ਹੋਈਆਂ ਸੀ, ਔਰ ਜਲਦੀ ਸੀ ਉਹ ਜਿਹੜੀਆਂ ਅਰਜ਼ੀਆਂ ਦਾ ਸੀ ਜਿਹੜਾ ਡਰਾ 1-2 ਦਿਨ 'ਚ ਕੱਢਣ ਜਾ ਰਹੇ ਹਾਂ। ਔਰ ਜਿਨ੍ਹਾਂ ਕਿਸਾਨਾਂ ਦਾ ਡਰਾ ਜਿਹੜਾ ਉਹ ਨਿਕਲੇਗਾ, ਉਹ ਜਿਹੜੀ ਖੇਤੀ ਮਸ਼ੀਨਰੀ ਉਹਨਾਂ ਨੂੰ ਅਸੀਂ ਖਰੀਦਣ ਵਾਸਤੇ ਕਵਾਂਗੇ, ਉਹ ਉਹਨਾਂ ਦੇ ਬਿੱਲ ਜਿਹੜੇ ਆ ਉਹ ਵੈਰੀਫਾਈ ਜਿਹੜੀ ਹੈ ਉਹ ਸਬਮਿਟ ਕਰਾਵਾਂਗੇ। ਸੋ ਗੱਲ ਇਹ ਹੈ ਕਿ ਜੇ ਅਸੀਂ ਗੱਲ ਕਰੀਏ ਮਸ਼ੀਨਰੀ ਦੀ ਉਪਲਬਧਤਾ ਦੀ, ਇਹ ਕਾਫੀ ਤੇਜ਼ੀ ਨਾਲ ਚੱਲਣ ਰਹੀ ਹੈ ਤੇ ਉਹਦੇ ਨਾਲ ਕਿਸਾਨਾਂ ਨੇ ਵੀ ਉਹਨੂੰ ਇਹਨਾਂ ਮਸ਼ੀਨਾਂ ਦੇ ਜ਼ਰੀਏ ਬਿਜਾਈ ਕੀਤੀ ਹੈ। ਜਿੱਥੇ ਆਪਾਂ ਖੜੇ ਹਾਂ ਇਸ ਖੇਤ ਦੇ ਵਿੱਚ ਸੁਪਰ ਸੀਡਰ ਦੇ ਜ਼ਰੀਏ ਕਣਕ ਦੀ ਬਿਜਾਈ ਕੀਤੀ ਹੈ, ਔਰ ਮੈਂ ਸਮਝਦਾ ਕਿ ਜਿਹੜੇ ਕਿਸਾਨ ਨੇ, ਤੁਸੀਂ ਉਹ ਇਸ ਲਾਗੇ ਆ ਜਾਓ। ਆਪਣਾ ਭਾਈ ਸ਼ੁਭ ਨਾਮ? ਰਣਵੀਰ ਸਿੰਘ। ਕੀ ਤੁਹਾਨੂੰ ਇਸ ਮਸ਼ੀਨ ਕਿੰਨੇ ਦੀ ਪਈ ਔਰ ਸਬਸਿਡੀ ਤੁਹਾਨੂੰ ਮਿਲੀ ਸੀ ਇਹਦੀ? ਸਾਨੂੰ 80% ਦੀ ਸਬਸਿਡੀ ਮਿਲੀ ਜੀ। ਹਾਂਜੀ, 1,02,000 ਰੁਪਈਆ ਅਸੀਂ ਦਿੱਤਾ ਸੀ ਉਹਨਾਂ ਨੂੰ। ਕਿੰਨੇ ਖੇਤ ਤੁਸੀਂ ਇਸ ਮਸ਼ੀਨ ਨਾਲ ਬੀਜੇ ਹੈ? ਅਸੀਂ 100 ਖੇਤ ਤੋਂ ਉੱਪਰ ਚਲੇ ਗਏ ਹਾਂ ਜੀ, ਵਿੱਚੇ ਆਪਣੀ ਵਿੱਚੇ ਕਿਰਾਏ 'ਤੇ ਜੀ। ਤੇ ਕਿੰਨਾ ਕਿਰਾਇਆ ਲੈਂਦੇ ਹੋ ਫਿਰ? ਹਜੇ ਤਾਂ ਕੋਈ ਨਹੀਂ ਜੀ। ਅੱਛਾ, ਜੋ ਹਾਂਜੀ ਚੱਲੂਗਾ ਸਾਰਾ ਹੀ ਉਸ ਹਿਸਾਬ ਫ੍ਰੀ ਸੇਵਾ ਹੀ ਹੈ? ਨਹੀਂ ਜਾਣੀ, ਜਿੰਨਾ ਸਾਰੇ ਰੇਟ ਕੱਢਣਗੇ, ਬਾਕੀ ਵੀ ਸੁਪਰ ਸੀਡਰ ਹੋਰ ਵੀ ਕਿਰਾਏ 'ਤੇ ਚੱਲ ਰਿਹਾ ਜੀ। ਕਿਰਾਏ 'ਤੇ ਤੁਸੀਂ ਕਿੰਨੀ ਵਿਚਾਈ? ਮੈਂ ਇਹ ਦੱਸੋ ਆਪਣੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੇ ਕਿਰਾਏ 'ਤੇ ਆਪਾਂ ਜੇ ਕੰਮ ਕਰੀਏ, ਸਾਡੇ ਪਿੰਡਾਂ ਦੇ ਵਿੱਚ ਨਵੇਂ ਰੁਜ਼ਗਾਰ ਦੇ ਵਸੀਲੇ ਵੀ ਬਣਨ ਡੇ ਹੈ ਕਿ ਨੌਜਵਾਨ ਅਗਰ ਮਸ਼ੀਨਾਂ ਹਾਸਲ ਕਰਨ ਤੇ ਉਹ ਮਸ਼ੀਨਾਂ ਕਿਰਾਏ 'ਤੇ ਦੇ ਕੇ ਆਪਾਂ ਵੱਖਰਾ ਇੱਕ ਕੰਮ ਵੀ ਕਰ ਸਕਨੇ ਆ। ਚੱਲ ਸਕਦਾ ਜੀ, ਕਾਫੀ ਕੰਮ ਹੈ। ਮਸ਼ੀਨ ਦੇ ਪੈਸੇ ਪੂਰੇ ਹੋ ਗਏ ਤੁਹਾਡੇ? ਹਾਂਜੀ, ਪੂਰੇ ਆ ਜੀ। ਕਿਆ ਬਾਤ ਹੈ। ਸੋ ਚੰਗੀ ਗੱਲ ਹੈ ਕਿ ਮਹਿਕਮਾ ਖੇਤੀਬਾੜੀ ਪਾਸੋਂ ਸਬਸਿਡੀ ਤੇ ਮਸ਼ੀਨ। ਤੁਹਾਡਾ ਗਰੁੱਪ ਬਣਿਆ ਕੋਈ? ਹਾਂਜੀ, ਸਾਡਾ ਗਰੁੱਪ ਹੈ ਜੀ। ਕਿੰਨੇ ਬੰਦੇ ਗਰੁੱਪ 'ਚ ਹੈਗੇ ਤੁਹਾਡੇ? ਅਸੀਂ 10 ਜਣੇ ਆ ਜੀ। ਤੇ 10 ਦਿਨਾਂ ਨੇ ਮਸ਼ੀਨ ਇੱਕ ਲਈ ਹੈ? ਨਹੀਂ, ਅਸੀਂ 2 ਲਈਆਂ ਸੀਗੀਆਂ ਜੀ। ਅੱਛਾ, ਹਾਂਜੀ, ਮੈਂ ਇੱਕ ਮੇਰਾ ਕਜ਼ਨ ਹੈ ਜੀ, ਅਸੀਂ 2 ਸ਼ਹਿਰੋਂ ਸੁਪਰ ਸੀਡਰ ਹੀ ਲਏ ਸੀ। ਅੱਛਾ, ਸੁਪਰ ਸੀਡਰ ਦੀ ਬਿਜਾਈ ਕਰਨ ਤੋਂ ਬਾਅਦ ਤੁਸੀਂ ਕੀ ਸਮਝਦੇ ਹੋ ਕਿ ਵਧੀਆ ਜੰਮ ਕਣਕ ਦਾ ਹੋਣ ਡਿਆ? ਕੋਈ ਨੁਕਸ ਤੁਹਾਨੂੰ ਨਜ਼ਰ ਆ? ਹਾਂਜੀ, ਸਾਰਾ ਵਧੀਆ ਜੀ। ਨਾਲ ਵੀ ਆਪਾਂ ਬੀਜੀ ਹੋ ਜੀ, ਆਪਾਂ ਥੋੜ੍ਹੀ ਜਿਹੀ ਲੇਟ ਬੀਜੀ ਅਸੀਂ ਵੀਰਵਾਰ ਸ਼ੁੱਕਰਵਾਰ ਦੀ ਬਿਜਾਈ ਕੀਤੀ ਹੋ ਜੀ। ਉਹ ਪਹਿਲੋਂ ਦੀ ਕੀਤੀ, ਉਹ ਸਾਰੀ ਪਹਿਲੋਂ ਨਿਕਲ ਆਈ ਹੈ ਜੀ। ਕੋਈ ਤੁਸੀਂ ਸਮਝਦੇ ਹੋ ਕਿ ਇਹ 'ਚ ਹੋਰ ਤਰਮੀਮ ਕਰਨ ਦੀ ਜ਼ਰੂਰਤ ਹੈ ਕਿ ਬਹੁਤ ਵਧੀਆ ਮਸ਼ੀਨ ਤੁਹਾਨੂੰ ਲੱਗੀ ਹੈ? ਨਹੀਂ, ਠੀਕ ਹੈ ਜੀ। ਗਾਂ ਤੋਂ ਗਾਂ ਹੌਲੀ ਹੌਲੀ ਸੁਧਾਰ ਆਈ ਜਾਂਦਾ ਆ ਕਾਫੀ। ਹਾਂਜੀ, ਇਹਨਾਂ ਦੇ ਵਿੱਚ ਵੀ ਕਾਫੀ ਸੁਧਾਰ ਸੀ। ਜਿਹੜੇ ਪਿਛਲੇ ਸਾਲ ਆਏ ਆ ਉਹਨਾਂ ਨਾਲੋਂ ਇਹ ਮਸ਼ੀਨਾਂ 'ਚ ਹੋਰ ਸੁਧਾਰ ਕੀਤਾ ਜੀ। ਹੋਰ ਸੁਧਾਰ ਕੀਤਾ। ਸੋ ਚੰਗੀ ਗੱਲ ਕਿ ਇਹ ਜਿਹੜੇ ਸੁਧਾਰ ਜਿਹੜੇ ਨਿਰੰਤਰ ਜਾਰੀ ਰਹਿਣੇ ਚਾਹੀਦੇ ਨੇ। ਤੇ ਅਜਿਹੇ ਨੌਜਵਾਨ ਜਿਹੜੇ ਨੇ ਉਹ ਸਾਡੇ ਚਾਨਣ ਮੁਨਾਰਾ ਨੇ ਜਿਹੜੇ ਕਿ ਬਾਕੀ ਕਿਸਾਨਾਂ ਵਾਸਤੇ ਨਵੀਆਂ ਸੇਧਾਂ ਦੇਣ ਵਾਸਤੇ ਬਿਲਕੁਲ
ਆਪਾਂ ਨੂੰ ਨਜ਼ਰ ਆਉਣ ਡੇ ਨੇ ਤਾਂ ਕਿ ਇਹ ਜਿਹੜਾ ਕੰਮ ਹੈ ਇਹ ਵਧੀਆ ਢੰਗ ਨਾਲ ਪਰਾਲ ਨੂੰ ਜ਼ਮੀਨ 'ਚ ਸਾਂਭ ਕੇ ਅਸੀਂ ਫਾਇਦਾ ਉਠਾ ਸਕੀਏ। ਡਾਕਟਰ ਸਤਨਾਮ ਸਿੰਘ ਜਿਹੜੇ ਕਿ ਜ਼ਿਲ੍ਹਾ ਕਿਸਾਨ ਸਿਖਲਾਈ ਅਫਸਰ ਨੇ, ਲਾ ਸਾਹਿਬ ਇਹ ਜਿਹੜੀ ਸਿੱਖਿਆ ਹੈ ਬੜੀ ਜ਼ਰੂਰੀ ਹੈ, ਕਿਸਾਨਾਂ ਤੱਕ ਜਾਣਕਾਰੀ ਦੇਖੋ ਪਹੁੰਚਾਉਣੀ ਬੜੀ ਜ਼ਰੂਰੀ ਹੈ ਤੇ ਤੁਸੀਂ ਜ਼ਿਲ੍ਹੇ ਦੇ ਕਿਸਾਨ ਸਿਖਲਾਈ ਅਫਸਰ ਔਰ ਮਹਿਕਮਾ ਖੇਤੀਬਾੜੀ ਦੇ ਹਰ ਜ਼ਿਲ੍ਹੇ 'ਚ ਤੁਹਾਡੇ ਵਰਗੇ ਅਫਸਰ ਹੁੰਦੇ ਨੇ, ਕਿੱਦਾਂ ਦੇ ਉਪਰਾਲੇ ਤੁਸੀਂ ਪੰਜਾਬ ਸੂਬੇ 'ਚ ਕਰਨ ਡੇ ਹੋ? ਗੁਲਾਟੀ ਜੀ, ਟ੍ਰੇਨਿੰਗ ਵਿੰਗ ਦਾ ਇੱਕ ਮੇਨ ਮਕਸਦ ਇਹੀ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨਾ ਜੀ। ਸਾਡੇ ਅਫਸਰ ਹੈਗੇ, ਅਧਿਕਾਰੀ ਵੀ ਹੈ ਮੇਰੇ ਨਾਲ, ਉਹ ਵੀ ਜਾ ਰਹੇ ਨੇ। ਆਪਾਂ ਬਲਾਕ ਲੈਵਲ ਦੇ ਕੈਂਪ ਵੀ ਲਗਾ ਰਹੇ ਹਾਂ, ਪਿੰਡ ਪੱਧਰ ਦੇ ਵੀ ਕੈਂਪ ਵੀ ਲਗਾ ਰਹੇ ਹਾਂ ਤੇ ਜ਼ਿਲ੍ਹੇ ਪੱਧਰ ਦੇ ਵੀ ਲੱਗਣਗੇ। ਆਉਂਦੇ ਨੇ ਪਿੰਡਾਂ 'ਚ ਕਿਸਾਨ ਤੁਹਾਡੇ ਕੈਂਪਾਂ 'ਚ ਆਉਂਦੇ ਨੇ? ਬਿਲਕੁਲ ਆਉਂਦੇ ਨੇ ਜੀ, ਆ ਕੇ ਸੁਣਦੇ ਵੀ ਨੇ, ਸਵਾਲ ਜਵਾਬ ਵੀ ਹੁੰਦੇ ਨੇ। ਵਧੀਆ ਲੱਗਦਾ ਸਾਨੂੰ ਵੀ ਇਹ ਚੀਜ਼ ਤੇ ਵਧੀਆ ਰਿਜ਼ਲਟ ਹੈਗੇ ਨੇ ਉਹਦੇ, ਜਿਹਦੇ ਨਾਲ ਕਿ ਜਿਹ 'ਚ ਆਪਾਂ ਕਿਸਾਨ ਨੂੰ ਮੇਨ ਜਾਗਰੂਕ ਕਰਨਾ ਹੈਗਾ ਪਰਾਲੀ ਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਨੀ ਹੈ, ਉਹ ਆਪਾਂ ਕਰ ਰਹੇ ਹਾਂ, ਕਰਵਾ ਰਹੇ ਹਾਂ। ਜਿਹਦਾ ਮੇਨ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਪਰਾਲੀ ਜਿਹੜੀ ਹੈ ਉਹ ਕਿਸਾਨ ਵਿੱਚੇ ਵਾਹ ਰਹੇ ਨੇ। ਉਹ ਬਹੁਤ ਵਧੀਆ ਕਿੰਨਾ ਪਰਾਲੀ। ਕੁ ਫਾਇਦਾ ਤੁਸੀਂ ਸਮਝਦੇ ਹੋ ਬਤੌਰ ਮਾਹਿਰ, ਤੁਸੀਂ ਸਮਝਦੇ ਹੋ ਕਿ ਪਰਾਲ ਨੂੰ ਜ਼ਮੀਨ 'ਚ ਵਾਹਣ ਦਾ ਬਤੌਰ ਮਾਹਿਰ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਵੀ ਕਿੰਨਾ ਕੁ ਫਾਇਦਾ ਹੋ ਸਕਦਾ? ਇਹਦਾ ਬਹੁਤ ਫਾਇਦਾ ਹੁੰਦਾ ਜੀ। ਇਹ ਆਰਗੈਨਿਕ ਮੈਟਰ ਜਿਹੜੀ ਇਹ ਮੱਲੜ ਦੀ ਮਾਤਰਾ ਜਿਹੜੀ ਕਹਿੰਦੇ ਆ ਉਹ ਜ਼ਮੀਨ ਦੇ ਵਿੱਚ ਜਿਹੜੀ ਉਹ ਕਾਫੀ ਹੋ ਜਾਂਦੀ ਹੈ। ਇਹਦੇ ਨਾਲ 1 ਟਨ ਜਿੱਦਾਂ ਪਰਾਲੀ ਨੂੰ ਆਪਾਂ ਖੇਤ ਦੇ ਵਿੱਚ ਕਰਦੇ ਨੇ ਤੇ ਜਿਹੜੀ ਪੋਟਾਸ਼ ਹੈ, ਪੋਟਾਸ਼ ਲਗਭਗ ਪੂਰੀ ਇਹਦੇ ਨਾਲ ਕਿ ਉਹਨੂੰ ਮਿਲ ਜਾਂਦੀ, ਪਾਉਣ ਦੀ ਲੋੜ ਨਹੀਂ, ਪਾਉਣ ਦੀ ਲੋੜ ਨਹੀਂ ਹੈਗੀ। 1 ਟਨ ਪਰਾਲੀ, ਜਦ ਕਿ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਪਰਾਲੀ ਜ਼ਿਆਦਾ ਹੁੰਦੀ ਹੈ 'ਚ ਤੇ ਇਸੇ ਕਰਕੇ ਇਹਦੇ ਨਾਲ ਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਪੋਟਾਸ਼ ਦੀ ਲੋੜ ਨਹੀਂ ਹੈਗੀ ਬਹੁਤੀ। ਸੋ ਖਾਦਾਂ ਤੇ ਖਰਚਾ ਘਟਦਾ ਤੁਹਾਡੇ ਹਿਸਾਬ ਨਾਲ। ਸੋ ਅਜਿਹੀਆਂ ਸੋਚਾਂ ਨੂੰ ਕੈਂਪਾਂ ਦੇ ਜ਼ਰੀਏ ਦੂਜੇ ਕਿਸਾਨਾਂ ਤੱਕ ਪਹੁੰਚਾਉਂਦੇ ਨੇ। ਆਪਣਾ ਭਾਈ ਨਾਂ ਕੀ? ਆਜੋ। ਹਾਂਜੀ, ਭੁਪਿੰਦਰ ਸਿੰਘ। ਤੁਸੀਂ ਵੀ ਕਣਕ ਦੀ ਕਾਸ਼ਤ ਕਰਦੇ ਹੋ? ਹਾਂਜੀ ਹਾਂਜੀ, ਕਿੰਨੀ ਬਿਜਾਈ ਕਰ ਲਈ? 70 ਖੇਤ ਦੀ। ਕਿਹੜੀ ਵੈਰਾਈਟੀ ਲਾਈ ਜੀ? ਮੈਂ ਲਾਈ ਆ ਜੀ 187, 222, 3086। ਤੇ ਤੁਸੀਂ ਕੀ ਸਮਝਦੇ ਹੋ ਕਿ ਜੇ ਕਿਸਾਨ ਅਜਿਹਾ ਕਰੇ ਤੇ ਖਾਦਾਂ ਦਾ ਖਰਚਾ ਬਚ ਸਕਦਾ? ਨਾਲ ਡਾਕਟਰ ਸਤਨਾਮ ਸਿੰਘ ਨੇ ਕਿਹਾ ਖਾਦ ਦਾ ਖਰਚਾ ਬਚ ਸਕਦਾ, ਹੋਰ ਜੀ ਬਾਕੀ ਲੇਬਰ ਦਾ ਖਰਚਾ ਬਚਦਾ, ਬਾਕੀ ਡੀਜ਼ਲ ਦਾ ਖਰਚਾ ਬਚਦਾ। ਖਰਚਾ ਬਹੁਤ ਘੱਟ ਹਾਂਜੀ। ਸੋ ਲੋੜ ਹੈ ਖੇਤੀ ਖਰਚੇ ਘਟਾਉਣ ਦੀ। ਅੱਛਾ, ਇੱਥੇ ਸੁਖਵਿੰਦਰ ਕੁਮਾਰ ਜਿਹੜੇ ਕਿ ਸਹਿਕਾਰੀ ਸਭਾ ਦੇ ਸਕੱਤਰ ਨੇ, ਤੁਸੀਂ ਮਸ਼ੀਨਾਂ ਕਿਰਾਏ ਤੇ ਨਹੀਂ ਦਿੰਦੇ ਇੱਥੇ? ਹਾਂਜੀ, ਕਿਰਾਏ ਤੇ ਦਿੰਦੇ ਹਾਂ ਜੀ, ਸਾਰੇ ਟਰੈਕਟਰ ਸਮੇਤ ਭੇਜਦੇ ਹਾਂ ਜੀ। ਹਾਂਜੀ। ਤੇ ਕਿੰਨਾ ਕਿਰਾਇਆ ਲੈਂਦੇ ਹੋ ਮਸ਼ੀਨਾਂ ਦਾ? 1300 ਹੈਪੀ ਸੀਡਰ ਦਾ, ਮਤਲਬ 1000, 1200, 1300, 1500 ਬਾਅਦ ਇਸ ਤੋਂ ਵੱਧ ਨਹੀਂ, ਆਪਣੇ ਟਰੈਕਟਰ ਸਮੇਤ। ਹਾਂਜੀ। ਤੇ ਮਸ਼ੀਨਾਂ ਸਾਰੀਆਂ ਚੱਲੀਆਂ ਕਿ ਉੱਥੇ ਰੱਖੀਆਂ ਹੋਈਆਂ? ਸਾਰੀਆਂ ਚੱਲ ਰਹੀਆਂ, ਸਾਰੀਆਂ ਚੱਲ ਰਹੀਆਂ। ਸਾਰਾ ਸੀਜ਼ਨ ਚੱਲਦੀਆਂ ਰਹਿੰਦੀਆਂ? ਸਾਰਾ ਸੀਜ਼ਨ ਚੱਲਦੀਆਂ, ਸਾਰਾ ਸੀਜ਼ਨ ਚੱਲਦੀਆਂ। ਬਹਾਈ ਦਾ ਕੰਮ ਵੀ ਚੱਲਦਾ ਨਾ, ਰੈਗੂਲਰ ਕਿਸਾਨਾਂ ਦੀ ਸੇਵਾ ਕਰਦੇ ਹਾਂ ਸਾਰਿਆਂ ਦੀ। ਕੀ ਬਾਤ। ਹਾਂਜੀ ਤੇ ਬਿਲਕੁਲ। ਜੇ ਅਸੀਂ ਤੁਹਾਡੇ ਪਿੰਡ ਦੀ ਗੱਲ ਕਰੀਏ ਤਾਂ ਆਪਾਂ ਪਿੰਡ ਨੂੰ ਦੇਖ ਲਈਏ ਤੇ ਇਸ ਪਿੰਡ ਦੇ ਵਿੱਚ ਕਿੰਨੇ ਕਿਸਾਨਾਂ ਨੇ ਤੁਹਾਡੇ ਕੋਲ ਮਸ਼ੀਨਾਂ ਲਈਆਂ ਤੇ ਕਿਰਾਏ ਤੇ ਚਲਾ ਕੇ ਤੇ ਆਪਣੀ ਪਰਾਲੀ ਨੂੰ ਜ਼ਮੀਨ 'ਚ ਵਾਹਿਆ? 150 ਪਰਸਨ ਨੇ ਜੀ। ਹਾਂਜੀ ਹਾਂਜੀ, 150 ਕਿਸਾਨ ਨੇ ਤਕਰੀਬਨ। ਮੈਂ ਐਵਰੇਜ ਲਾਉਂਦਾ ਸੀ ਕਿ ਬੁਕਿੰਗ ਵਗੈਰਾ ਦੇਖਦਾ ਸੀ ਕਿ 150 ਪਰਸਨ ਨੇ ਹੁਣ ਤੱਕ ਉਹਨਾਂ ਨੇ ਸਾਡੇ ਤੋਂ ਸੰਸੇੜਾ ਲੈ ਕੇ ਸਾਰੇ ਬਹਾਈ ਬੂਹੀ ਔਰ ਬਿਜਾਈ ਕੀਤੀ ਹੈ ਸਰ। ਸੋ ਅਜਿਹੇ ਕਿਸਾਨ ਗਰੁੱਪ ਤੇ ਨਾਲ ਸਹਿਕਾਰੀ ਸਭਾਵਾਂ ਵੀ ਜਿਹੜੀਆਂ ਉਹ ਤਤਪਰ ਨੇ ਔਰ ਤਿਆਰ ਨੇ। ਲੋੜ ਹੈ ਕਿ ਆਪਾਂ ਨੂੰ ਅਜਿਹੇ ਖੇਤ ਦਿਵਸਾਂ ਦੇ ਜ਼ਰੀਏ ਅਸੀਂ ਜੋ ਤਕਨੀਕੀ ਗਿਆਨ ਹਾਸਲ ਕਰਨੇ ਆ ਤੇ ਫਿਰ ਉਹ ਤਕਨੀਕੀ ਗਿਆਨ ਫਿਰ ਮੂੰਹ ਬੋਲਦਾ। ਡਿਪਟੀ ਡਾਇਰੈਕਟਰ KVK ਡਾਕਟਰ ਸੰਜੀਵ ਕਟਾਰੀਆ ਜੀ ਵੀ ਇਸ ਖੇਤ ਦਿਵਸ ਮੌਜੂਦ ਨੇ। ਕਟਾਰੀਆ ਸਾਹਿਬ, ਕ੍ਰਿਸ਼ੀ ਵਿਗਿਆਨ ਕੇਂਦਰ ਦਾ ਬੜਾ ਰੋਲ ਹੈ ਔਰ ਤੁਸੀਂ ਸਿਖਲਾਈਆਂ ਵਗੈਰਾ ਵੀ ਦਿੰਦੇ ਰਹਿੰਦੇ ਹੋ। ਕਿੱਦਾਂ ਦਾ ਤੁਹਾਡਾ ਤਾਣਾ ਬਾਣਾ ਹੈ ਔਰ ਕਿਵੇਂ ਸਾਡੇ ਕਿਸਾਨ ਵੀਰ ਸਿਖਲਾਈ ਲੈ ਕੇ ਤੇ ਵੱਖ-ਵੱਖ ਉਪਰਾਲੇ ਕਰ ਸਕਦੇ ਨੇ, ਕਿਉਂਕਿ ਹਰ ਜ਼ਿਲ੍ਹੇ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਬਣਿਆ ਹੈ? ਹਾਂਜੀ ਡਾਕਟਰ ਸਾਹਿਬ, ਹਰ ਇੱਕ ਜ਼ਿਲ੍ਹੇ ਦੇ ਵਿੱਚ ਜਿਹੜਾ ਕ੍ਰਿਸ਼ੀ ਵਿਗਿਆਨ ਕੇਂਦਰ ਹੈ ਉਹ ਸਥਾਪਿਤ ਹੈਗਾ ਜੀ। ਔਰ ਜਿਹੜਾ ਸਾਡਾ ਮੁੱਖ ਉਦੇਸ਼ ਇਹੀ ਹੈ ਵੀ ਅਸੀਂ ਜਿਹੜੀਆਂ ਟ੍ਰੇਨਿੰਗ ਹੈਗੀਆਂ ਉਹ ਅਸੀਂ ਕਿਸਾਨਾਂ ਨੂੰ ਦਿੰਦੇ ਹਾਂ, ਸਹਾਇਕ ਧੰਦਿਆਂ ਦੀ ਵੀ ਦਿੰਦੇ ਹਾਂ ਤੇ ਇਸ ਤੋਂ ਇਲਾਵਾ ਜਿਹੜੀਆਂ ਟ੍ਰੇਨਿੰਗ ਜਿੱਦਾਂ ਹੁਣ CRM ਦੀ ਗੱਲ ਹੋ ਰਹੀ ਹੈ ਵੀ ਜਿਹੜੀ ਪਰਾਲੀ ਦੀ ਰਹਿੰਦ ਖੂੰਹਦ ਆ ਉਹਨੂੰ ਕਿੱਦਾਂ ਅਸੀਂ ਸਾਂਭ ਸੰਭਾਲ ਕਰਨੀ ਆ, ਉਹਦੀ ਟ੍ਰੇਨਿੰਗ ਜਿਹੜੀ ਹੈ ਉਹ ਅਸੀਂ KVK ਦੇ ਵਿੱਚ ਤੇ ਜਿਹੜੀਆਂ ਪਿੰਡ ਪੱਧਰ ਤੇ ਤੁਹਾਡੇ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਆ ਖੇਤੀਬਾੜੀ ਦੇ ਨਾਲ ਰਲ ਕੇ ਅਸੀਂ ਜਿਹੜਾ ਹੈਗਾ ਉਹ ਪ੍ਰਦਾਨ ਕਰਦੇ ਹਾਂ ਜੀ। ਤੇ ਇਹ ਸਿਖਲਾਈਆਂ ਵਾਸਤੇ ਉੱਥੇ ਕੋਈ ਹੋਸਟਲ ਹੀ ਬਣਿਆ? ਬੀਬੀਆਂ ਵਾਸਤੇ ਸਿਖਲਾਈਆਂ ਹੈਗੀਆਂ? ਉੱਥੇ ਜਿਹੜਾ ਹੋਸਟਲ ਦੀ ਜਿਹੜੀ ਹੈਗੀ ਹੈ ਪ੍ਰਾਵਧਾਨ ਸਿਰਫ ਲੇਡੀਜ਼ ਲਈ ਨਹੀਂ ਹੈ, ਮਤਲਬ ਸਾਰਿਆਂ ਲਈ ਹੈ ਤੇ ਉਹ ਜਿਹੜਾ ਹੈਗਾ ਆ ਉਹ ਅਸੀਂ ਅਰੇਂਜਮੈਂਟ ਕਰ ਦਿੰਦੇ ਆ। ਪਰ ਜਿਹੜੇ ਜ਼ਿਆਦਾਤਰ ਲੋਕ ਜਿਹੜੇ ਲੋਕਲ ਹੁੰਦੇ ਆ ਫਿਰ ਉਹ ਦਿਨ ਦੇ ਦਿਨ ਟ੍ਰੇਨਿੰਗ ਲੈ ਕੇ ਤੇ ਫਿਰ ਉਹ ਜਿਹੜੇ ਵਾਪਸ ਹੁੰਦੇ ਫਿਰ ਅਗਲੇ ਦਿਨ ਵਾਪਸ ਆਉਂਦੇ ਆ। ਕੀ ਬਾਤ ਹੈ, ਬਹੁਤ ਚੰਗੀ ਗੱਲ ਹੈ। ਦੇਖੋ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਜਿਹੜਾ ਹਰ ਜ਼ਿਲ੍ਹੇ 'ਚ ਕੰਮ ਕਰਨ ਡਿਆ ਹੈ। ਡਾਕਟਰ ਸੁਰਿੰਦਰ ਸਿੰਘ ਜੀ, ਦੇਖੋ ਖਰਚੇ ਘਟਾਉਣ ਦੀ ਗੱਲ ਹੋਣ ਦੀ, ਕਿਸਾਨ ਵੀਰ ਔਰ ਸਾਡੇ ਜਿਹੜੇ ਸਕੱਤਰ ਨੇ ਸਹਿਕਾਰੀ ਸਭਾ ਦੀ ਉਹ ਵੀ ਕਹਿਣ ਡੇ ਵੀ ਖਾਦਾਂ ਦਾ ਖਰਚਾ ਘਟਦਾ ਹੈ ਤੇ ਖਾਦਾਂ ਦੀ ਖਰੀਦ, ਦਵਾਈਆਂ ਦੀ ਖਰੀਦ ਵੀ ਕਿਸਾਨ ਨੂੰ ਕਰਨੀ ਪੈਂਦੀ ਹੈ। ਤੇ ਜਦੋਂ ਕਹਿੰਦੇ ਨੇ ਆਪਾਂ ਗਿਆਨ, ਧਿਆਨ ਤੇ ਸਮਾਨ ਦਾ ਚੰਗਾ ਹੋਣਾ ਹੀ ਬੜਾ ਜ਼ਰੂਰੀ ਹੈ ਤੇ ਤੁਹਾਡੇ ਮਹਿਕਮੇ ਦੀ ਜ਼ਿੰਮੇਵਾਰੀ ਹੈ ਕਿ ਸਹੀ ਚੀਜ਼ ਜਿਹੜੀ ਹੈ ਕਿਸਾਨ ਤੱਕ ਪਹੁੰਚਾਈ ਜਾਵੇ। ਇਸ ਖੇਤ ਦਿਵਸ ਦੇ ਜ਼ਰੀਏ ਤੁਸੀਂ ਕਿਸਾਨਾਂ ਨੂੰ ਚੰਗੀਆਂ ਵਸਤਾਂ ਦੀ ਖਰੀਦ ਬਾਰੇ ਕੀ ਸਲਾਹ ਦੇਣੀ ਚਾਹੋਗੇ?
ਗੁਲਾਟੀ ਜੀ ਬਿਲਕੁਲ ਤੁਸੀਂ ਠੀਕ ਕਿਹਾ ਜੇ, ਕਿਉਂਕਿ ਇੱਕ ਜੇ ਆਪਾਂ ਗੱਲ ਕਰੀਏ ਕਿਸੇ ਵੀ ਸਫਲ ਖੇਤੀ ਦੀ, ਤੇ ਸਭ ਤੋਂ ਜਿਹੜਾ ਮਹੱਤਵਪੂਰਨ ਸੀਡ ਦਾ ਰੋਲ ਆ। ਬੀਜ ਜਿਹੜਾ ਉਹ ਜੇਕਰ ਉਹ ਮਿਲਾਵਟ ਹੋਏਗਾ ਤਾਂ ਸਾਡੀ ਖੇਤੀ ਜਿਹੜੀ ਹੈ ਉਹ ਕਾਮਯਾਬ ਨਹੀਂ ਹੋਏਗੀ। ਸੋ ਅਸੀਂ ਇੰਸ਼ੋਰ ਕਰ ਰਹੇ ਹਾਂ, ਕਿਉਂਕਿ ਸਾਡੇ ਸਟਾਫ ਦੇ ਥਰੂ ਵੀ ਕਿਸਾਨਾਂ ਨੂੰ ਖਾਦਾਂ, ਬੀਜ ਤੇ ਦਵਾਈਆਂ ਕੁਆਲਿਟੀ ਦੇ ਜਿਹੜੀਆਂ ਉਹ ਮਿਲਣ, ਇਹਦੇ ਬਾਰੇ ਅਸੀਂ ਲਗਾਤਾਰ ਜਿਹੜੀਆਂ ਆਪਣੇ ਜ਼ਿਲ੍ਹੇ ਦੇ ਵਿੱਚ ਸੈਂਪਲਿੰਗ ਵੀ ਕਰ ਰਹੇ ਹਾਂ, ਔਰ ਬਕਾਇਦਾ ਜਿਹੜੀਆਂ ਸਾਡੀ ਚੈਕਿੰਗ ਵੀ ਚੱਲਦੀ ਰਹਿੰਦੀ ਹੈ। ਔਰ ਜੇ ਕਿਤੇ ਸਾਨੂੰ ਸ਼ਿਕਾਇਤ ਮਿਲਦੀ ਹੈ ਤਾਂ ਉੱਥੇ ਵੀ ਜਾ ਕੇ ਅਸੀਂ ਕਾਰਵਾਈ ਕਰਦੇ ਹਾਂ। ਸੋ ਮੈਂ ਇੱਕ ਕਿਸਾਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਜਦੋਂ ਵੀ ਕੋਈ ਉਹਨਾਂ ਨੇ ਕੋਈ ਇਨਪੁਟਸ ਜਿਹੜੀ ਖਰੀਦੀ ਹੋਵੇ, ਔਰ ਬਕਾਇਦਾ ਜਿਹੜੇ ਸਾਡੇ ਰਜਿਸਟਰਡ ਡੀਲਰ ਨੇ ਉਹਨਾਂ ਕੋਲੋਂ ਬਿੱਲ ਤੇ ਹੀ ਖਰੀਦਣ। ਔਰ ਜੇਕਰ ਕੋਈ ਸਮੱਸਿਆ ਆਉਂਦੀ ਤਾਂ ਸਾਡੇ ਦਫ਼ਤਰ ਦੇ ਨਾਲ ਸਿੱਧਾ ਰਾਬਤਾ ਕਰਕੇ ਸਾਡੇ ਨਾਲ ਕੋਈ ਸਾਡੇ ਕੋਲ ਸਲਾਹ ਜਾਂ ਕੋਈ ਗੱਲ ਕਰ ਸਕਦੇ ਨੇ। ਔਰ ਇਸ ਸੰਬੰਧੀ ਸਾਡੇ ਹਰ ਬਲਾਕ ਪੱਧਰ ਦੇ ਸਾਡੇ ਦਫ਼ਤਰ ਜਿਹੜੇ ਨੇ ਉਹ ਮੌਜੂਦ ਨੇ। ਉੱਥੇ ਸਾਡੇ ਖੇਤੀਬਾੜੀ ਅਫਸਰ ਨੇ, ਖੇਤੀਬਾੜੀ ਵਿਕਾਸ ਪਿਛਲੇ ਦਿਨੀ DAP ਦੀ ਬੜੀ ਕਮੀ ਮਹਿਸੂਸ ਹੋਈ, ਔਰ ਦੇਖੋ ਅਗਾਂਹ ਖਾਦ ਦੀ ਮਹਿਸੂਸ ਹੋਣ ਦੀ ਕਮੀ, ਤੇ ਬੜਾ ਵੀ ਕਈਆਂ ਨੇ ਕਿਸਾਨਾਂ ਨੇ ਕਿਹਾ ਵੀ ਲਓ ਜੀ ਨਾਲ ਕੋਈ ਦੂਜੀ ਚੀਜ਼ ਨਾਲ ਲਾ ਕੇ ਡੀਲਰ ਜਿਹੜੇ ਨੇ ਉਹ ਕਿਸਾਨ ਨੂੰ ਸਮਾਨ ਵੇਚਦੇ ਨੇ, ਕਿਸਾਨ ਦਾ ਨੁਕਸਾਨ ਹੋ ਰਿਹਾ। ਤੁਸੀਂ ਬਤੌਰ ਮੁਖੀ ਜ਼ਿਲ੍ਹੇ ਦੇ ਕਿੱਦਾਂ ਦੀਆਂ ਸੋਚਾਂ ਰੱਖਦੇ ਹੋ? ਅਜਿਹੇ ਨਨਸਰਾਂ 'ਤੇ ਕਿਵੇਂ ਆਪਾਂ ਨਕੇਲ ਕੱਸੋਗੇ, ਔਰ ਕਿਸਾਨਾਂ ਨੂੰ ਕੀ ਸਲਾਹ ਦਿਓਗੇ ਤਾਂ ਕਿ ਅਜਿਹੇ ਲੋਕ ਜਿਹੜੇ ਨੇ ਜਿਹੜੇ ਗਲਤ ਫਾਇਦਾ ਉਠਾਉਂਦੇ ਨੇ ਉਹਨਾਂ ਦੇ ਨੱਥ ਪਾਈ ਜਾ ਸਕੇ? ਗੁਲਾਟੀ ਜੀ ਬਿਲਕੁਲ ਠੀਕ ਹੈ। ਪਿਛਲੇ ਸਮੇਂ ਜ਼ਰੂਰ ਇਹ ਸਾਨੂੰ ਸ਼ਿਕਾਇਤਾਂ ਆਈਆਂ, ਔਰ ਅਸੀਂ ਬਕਾਇਦਾ ਸਮੇਂ ਸਿਰ ਕਾਰਵਾਈ ਕਰਦੇ ਹੋਏ ਇਹਨਾਂ ਦੇ ਅਨਸਰਾਂ ਦੇ ਖਿਲਾਫ ਕਾਰਵਾਈ ਵੀ ਕੀਤੀ ਹੈ। ਔਰ ਕਿਸਾਨਾਂ ਨੂੰ ਵੀ ਕਿਹਾ ਕਿ ਇਹੋ ਜਿਹੀ ਤੁਹਾਨੂੰ ਕੋਈ ਵੀ ਸ਼ਿਕਾਇਤ ਜਾਂ ਤੁਹਾਨੂੰ ਕੋਈ ਲਗਾ ਕੇ ਵੇਚਦਾ ਤਾਂ ਸਾਨੂੰ ਤੁਰੰਤ ਇਸ ਬਾਰੇ ਸੂਚਨਾ ਦਿਓ। ਔਰ ਜਿੱਥੋਂ ਤੱਕ ਖਾਦ ਦੀ ਗੱਲ ਕਰ ਰਹੇ ਹਾਂ, ਇਸ ਸਮੇਂ ਸਾਡੇ ਕੋਲ ਖਾਦ ਜਿਹੜੀ ਹੈ ਪੂਰੀ ਮਾਤਰਾ 'ਚ ਜਿਹੜੀ ਹੈ ਸਫੀਸ਼ੀਐਂਟ ਸਾਡੇ ਜ਼ਿਲ੍ਹੇ 'ਚ ਮੌਜੂਦ ਆ। ਔਰ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਯੂਰੀਆ ਦੀ ਜਿਹੜੀ ਮਾਤਰਾ ਉਹ ਵੀ ਠੀਕ ਆ। ਕਿਸੇ ਕਿਸਮ ਦਾ ਕੋਈ ਪੈਨਿਕ ਕ੍ਰੀਏਟ ਹੋਣ ਦਾ ਕੋਈ ਖਦਸ਼ਾ ਨਹੀਂ ਹੈ। ਔਰ ਸਾਡੀ DAP ਕਿਉਂਕਿ ਸਾਡੀ ਹੁਣ ਬਿਜਾਈ ਜਿਹੜੀ ਹੈ ਉਹ ਤਕਰੀਬਨ 90% ਜਿਹੜੀ ਹੋ ਚੁੱਕੀ ਹੈ, ਔਰ ਸਾਡੇ ਕੋਲ DAP ਦਾ ਜਿਹੜਾ ਸਟਾਕ ਸੀ ਉਹ ਕਿਉਂਕਿ ਆ ਚੁੱਕਾ, ਔਰ ਇਸ ਸਮੇਂ ਸਾਡੇ ਕੋਲ ਸਟਾਕ ਜਿਹੜਾ ਪਿਆ। ਸੋ ਕਹਿਣ ਦਾ ਭਾਵ ਹੈ ਕਈ ਵਾਰੀ ਆਪਾਂ ਕਾਹਲੀ ਕਰਨੇ ਆ, ਔਰ ਕਾਹਲੀ ਅੱਗੇ ਟੋਏ ਸਿਆਣਿਆਂ ਨੇ ਕਿਹਾ, ਤੇ ਜਦੋਂ ਅਸੀਂ ਸਹੀ ਢੰਗ ਨਾਲ ਵਿਚਾਰ ਕਰ ਲਈਏ, ਮਹਿਕਮੇ ਦੇ ਨਾਲ ਤਾਲੁਕਾਤ ਪੈਦਾ ਕਰ ਲਈਏ, ਤੇ ਫਿਰ ਕਾਫੀ ਹੱਦ ਤੱਕ ਸਾਡੇ ਮਸਲੇ ਹੱਲ ਹੋਣ ਦੀ ਸੰਭਾਵਨਾ ਬਣਦੀ ਹੈ। ਡਾਕਟਰ ਅਮਰਜੀਤ ਬੱਲ ਜੀ ਜਿਹੜੇ ਕਿ ਖੇਤੀਬਾੜੀ ਅਫਸਰ ਨੇ, ਸਿਖਲਾਈ ਵਿੰਗ 'ਚ ਆਪਣੀ ਸੇਵਾ ਨਿਭਾਉਂਦੇ ਨੇ ਜ਼ਿਲ੍ਹਾ ਜਲੰਧਰ 'ਚ। ਬੱਲ ਸਾਹਿਬ, ਕਣਕ ਦੀ ਫਸਲ ਜਿਹੜੀ ਹੁਣ ਸਾਡੇ ਕਿਸਾਨ ਨੇ ਬੀਜੀ ਹੈ, ਤੁਸੀਂ ਮਾਹਿਰ ਹੋ, ਕਿੱਦਾਂ ਦੀ ਸ਼ੁਰੂਆਤੀ ਦੌਰ 'ਚ ਧਿਆਨ ਰੱਖਣ ਦੀ ਲੋੜ ਹੈ? ਚਾਹੇ ਉਹ ਸਿਉਂਕ ਦੀ ਗੱਲ ਹੈ, ਚਾਹੇ ਨਦੀਨਾਂ ਦੀ ਗੱਲ ਹੈ, ਚੰਦ ਲਫ਼ਜ਼ਾਂ 'ਚ ਸਾਨੂੰ ਦੱਸੋ ਵੀ ਕਿਵੇਂ ਕਿਸਾਨ ਨੂੰ ਕਿਹੜੇ ਖਾਸ ਨੁਕਤੇ ਧਿਆਨ 'ਚ ਰੱਖਣ ਤਾਂ ਕਿ ਕਣਕ ਵਧੀਆ ਢੰਗ ਨਾਲ ਪ੍ਰਵਾਨ ਚੜ੍ਹੇ? ਗੁਲਾਟੀ ਜੀ, ਸਿਉਂਕ ਦੀ ਸਮੱਸਿਆ ਬਹੁਤ ਥੋੜ੍ਹੇ ਏਰੀਆ ਦੇ ਵਿੱਚ ਆਉਂਦੀ ਆ। ਉੱਥੇ ਕਿਸਾਨਾਂ ਨੇ ਬੀਜ ਨੂੰ ਬਕਾਇਦਾ ਕਲੋਰੋਪਾਇਰੀਫਾਸ ਨਾਲ ਟਰੀਟ ਕਰਕੇ ਬੀਜਿਆ, ਤੇ ਉੱਥੇ ਕੋਈ ਏਡੀ ਵੱਡੀ ਸਮੱਸਿਆ ਨਹੀਂ ਹੈ ਸਿਉਂਕ ਦੀ। ਜਿੱਥੇ ਕਿਤੇ ਵਰਮੀਆਂ ਨੇ ਨੇੜੇ, ਉੱਥੇ ਇਹਨਾਂ ਨੇ ਢਾਹ ਦਿੱਤੀਆਂ ਨੇ ਜਾਂ ਉੱਥੇ ਸਲਫਾਸ ਪਾ ਕੇ ਉਹਨਾਂ ਨੂੰ ਖਤਮ ਕਰ ਦਿੱਤਾ ਹੈ। ਨਦੀਨਾਂ ਦੀ ਸਮੱਸਿਆ ਜ਼ਰੂਰ ਬਹੁਤ ਵੱਡੀ ਹੋ ਗਈ ਆ, ਕਿਉਂਕਿ ਸਮੇਂ ਦੇ ਨਾਲ ਜਿਵੇਂ ਜਿਵੇਂ ਉਹਨਾਂ ਦੇ ਵਿੱਚ ਸਾਡੇ ਸਾਲਟ ਵੱਧਦੇ ਜਾ ਰਹੇ ਨੇ, ਜਿਵੇਂ ਜਿਵੇਂ ਨਵੇਂ ਜ਼ਹਿਰ ਆ ਰਹੇ ਨੇ, ਨਵੀਆਂ ਦਵਾਈਆਂ ਆ ਰਹੀਆਂ, ਤਿਵੇਂ ਨਦੀਨਾਂ ਦੇ ਵਿੱਚ ਰੈਜ਼ਿਸਟੈਂਸ ਜਿਹੜੀ ਉਹ ਵੱਧਦੀ ਜਾ ਰਹੀ ਆ। ਸਾਡੇ ਕੋਲ ਇਸ ਵੇਲੇ 4 ਤੋਂ 5 ਜਿਹੜੇ ਉਹ ਬਿਲਕੁਲ ਨਵੇਂ ਟੈਕਨੀਕਲ ਆ ਗਏ ਨੇ, ਜਿਨ੍ਹਾਂ ਦੀ ਵਰਤੋਂ ਜਿਹੜੀ ਹੋ ਰਹੀ ਆ ਪ੍ਰੀ ਐਮਰਜੈਂਸ ਦੇ ਤੌਰ ਤੇ। ਸਾਡੇ ਕੋਲ ਜਿੰਦੂਆ, ਮੋਮੀ ਜੀ ਤੇ ਅਕੀਰਾ ਦਵਾਈਆਂ ਆਈਆਂ ਨੇ ਜਿਹੜੀਆਂ ਪ੍ਰੀ ਐਮਰਜੈਂਸ ਯੂਜ਼ ਕਰ ਸਕਦੇ ਹਾਂ। ਸਾਡੇ ਕੋਲ ਪੁਰਾਣਾ ਇੱਕ ਸਾਲਟ ਹੈ ਸਟੰਪ, ਜਿਹੜਾ ਅਸੀਂ ਪ੍ਰੀ ਐਮਰਜੈਂਸ ਕਰ ਸਕਦੇ ਹਾਂ। ਹੁਣ 1-2 ਕੰਪਨੀਜ਼ ਨੇ। ਪ੍ਰੀ ਐਮਰਜੈਂਸ ਦਾ ਭਾਵ ਕੀ ਹੈ? ਪ੍ਰੀ ਐਮਰਜੈਂਸ ਤੋਂ ਭਾਵ ਹੈ ਵੀ ਕਣਕ ਨੂੰ ਬੀਜਦਿਆਂ ਸਾਰੀ ਵਿਦਿਨ 72 ਆਵਰਸ ਅਸੀਂ ਉਹਦੀ ਸਪਰੇਅ ਕਰ ਦੇਣੀ ਆ 3 ਦਿਨਾਂ ਦੇ ਵਿੱਚ। ਪਰ ਉਹਦੇ ਲਈ ਜ਼ਰੂਰੀ ਆ ਵੀ ਜਿਹੜਾ ਤਰ ਵੱਤਰ ਹੋਣਾ ਬਹੁਤ ਜ਼ਰੂਰੀ ਆ। ਜੇ ਅਸੀਂ ਘੱਟ ਵੱਤਰ 'ਚ ਸਪਰੇਅ ਕਰਦੇ ਹਾਂ ਤੇ ਉਹਦਾ ਅਸਰ ਉਹਨਾਂ ਸਾਡਾ ਨਹੀਂ ਹੁੰਦਾ। ਤੇ ਅਕੀਰਾ ਵਰਗੇ ਸਾਲਟਸ ਲਈ ਜ਼ਰੂਰੀ ਆ ਵੀ ਜਿਹੜੀ ਤੁਹਾਡੀ ਸੀਡ ਬੈਡ ਹੈ ਉਹ ਫਾਈਨਲੀ ਪ੍ਰਪੇਅਰ ਹੈ। ਜਿਸ ਤਰ੍ਹਾਂ ਖੇਤ ਵੇਖੋ, ਇਹਦੇ ਵਿੱਚ ਮਿੱਟੀ ਬਿਲਕੁਲ ਸਾਫ਼ ਨਜ਼ਰ ਆਉਂਦੀ ਆ। ਜੇ ਇਹਦੇ ਉੱਤੇ ਆਪਣਾ ਉਹਦੀ ਵਰਤੋਂ ਹੁੰਦੀ ਆ ਤੇ ਸਾਡਾ ਨਦੀਨ ਦਾ ਜਿਹੜਾ 75% ਤੱਕ ਕੰਟਰੋਲ ਹੋ ਜਾਂਦਾ ਆ। ਉਸ ਤੋਂ ਬਾਅਦ ਸਾਡੇ ਕੋਲ ਪੋਸਟ ਐਮਰਜੈਂਸ ਆ, ਸਾਡੇ ਕੋਲ ਸਲਫੋਸਲਫਿਊਰਾਨ ਆ, ਸਾਡੇ ਕੋਲ ਕਲੋਡੀਨੋਫੋਪ ਆ, ਸਾਡੇ ਕੋਲ ਪਿਊਮਾ ਸੁਪਰ ਆ, ਸਾਡੇ ਕੋਲ ਅਟਲਾਂਟਿਸ ਆ। ਇੱਦਾਂ ਦੇ ਜਿਹੜੇ ਉਹ ਪੋਸਟ ਐਮਰਜੈਂਸ ਸਾਲਟ ਆ। ਪਰ ਉਹਨਾਂ ਦਾ ਇਹ ਆ ਜੇ ਤੋਂ 21 ਤੋਂ 30 ਦਿਨ ਦੇ ਵਿੱਚ ਜਿਹੜੀ ਆਪਾਂ ਸਪਰੇਅ ਕਰਨੀ ਉਹ ਅਸੀਂ ਸਲਫੋਸਲਫਿਊਰਾਨ ਦੀ ਕਰਨੀ ਆ। ਜੇ ਅਸੀਂ 40 ਦਿਨ ਤੋਂ ਜਾਂ ਉਸ ਤੋਂ ਅਬਵ ਕਰਨੀ ਆ ਤੇ ਅਸੀਂ ਕਲੋਡੀਨੋਫੋਪ ਪ੍ਰੋਪੋਜਲ ਤੇ ਅਸੀਂ ਅਟਲਾਂਟਿਸ ਵਰਗੇ ਸਾਲਟਸ ਦੀ ਵਰਤੋਂ ਕਰਨੀ ਆ। ਇਸ ਤੋਂ ਇਲਾਵਾ ਸਾਡੇ ਕੋਲ 1-2 ਹੋਰ ਵੀ ਸਾਲਟ ਹੈਗੇ ਨੇ, ਜਿਸ ਤਰ੍ਹਾਂ ਕੁਝ ਕੰਪਨੀਜ਼ ਨੇ ਐਰਕਾ ਕੰਬੀਨੇਸ਼ਨ ਦੇ ਦਿੱਤਾ ਆ ਮੈਟਰੀਬਿਊਜ਼ਨ ਪਲੱਸ ਕਲੋਡੀਨੋਫੋਪ ਦਾ। ਉਹ ਵੀ ਪਿਛਲੇ ਸਾਲ ਉਹਨਾਂ ਦੇ ਅੱਛੇ ਰਿਜ਼ਲਟ ਆਏ ਆ, ਪਰ ਉਹਨਾਂ ਦੀ ਕੁਆਂਟੀਟੀ ਜਿਹੜੀ ਉਹ ਬੜੀ ਧਿਆਨ ਨਾਲ ਵਰਤਣੀ ਚਾਹੀਦੀ ਆ। ਸੋ ਗੱਲ ਇਹ ਹੈ ਕਿ ਇਹ ਦਵਾਈਆਂ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਆਪਾਂ ਨੂੰ ਵਰਤਣੀਆਂ ਚਾਹੀਦੀਆਂ। ਡਾਕਟਰ ਕਟਾਰੀ ਸਾਹਿਬ, ਆਮ ਤੌਰ ਤੇ ਵੇਖਣ ਜਾਂਦਾ ਹੈ ਕਿ ਦਵਾਈਆਂ ਸਪਰੇਅ ਕਰਨ ਦੇ ਬਾਵਜੂਦ ਨਦੀਨ ਮਰਦੇ ਨਹੀਂ, ਔਰ ਤੁਸੀਂ ਬਤੌਰ ਮਾਹਿਰ ਅਕਸਰ ਇਹ ਕਹਿੰਦੇ ਰਹਿੰਦੇ ਹੋ ਕਿ ਸਪਰੇਅ ਕਰਨ ਦਾ ਤਰੀਕਾ ਵੀ ਜਿਹੜਾ ਉਹ ਬਹੁਤਾ ਚੰਗਾ ਨਹੀਂ ਸਾਡਾ ਹੈਗਾ। ਤਾਂ ਬਤੌਰ ਮਾਹਿਰ ਤੁਸੀਂ ਕੀਟ ਵਿਗਿਆਨੀ ਵੀ ਹੋ ਤੇ ਡਿਪਟੀ ਡਾਇਰੈਕਟਰ KVK ਵੀ ਹੈਗੇ ਹੋ,
ਕਿਸਾਨ ਨੂੰ ਸਪਰੇਅ ਕਰਨ ਦਾ ਢੰਗ ਕੀ ਵਰਤਣਾ ਚਾਹੀਦਾ ਤਾਂ ਕਿ ਇੱਥੇ ਕਿਸਾਨ ਖੜੇ ਹੈ ਤੇ ਤਾਂ ਕਿ ਸਪਰੇਅ ਸਹੀ ਢੰਗ ਨਾਲ ਹੋ ਜਾਵੇ ਤੇ ਸਵਾਰ ਕੇ ਹੋ ਜਾਵੇ ਤੇ ਪੈਸੇ ਵੀ ਖਰਚੇ ਆਪਾਂ ਦੇ ਪੂਰਾ ਲਾਭ ਮਿਲ ਜਾਵੇ। ਸੋ ਇਹ ਜਿਹੜਾ ਅੱਜ ਕੱਲ੍ਹ ਇਹ ਬਹੁਤ ਹੀ ਜ਼ਰੂਰੀ ਗੱਲ ਹੋ ਗਈ ਹੈ ਕਿ ਜਿਹੜਾ ਜਿੰਨੇ ਵੀ ਕਿਸਾਨ ਵੀਰ ਆ ਉਹ ਜ਼ਿਆਦਾਤਰ ਜਿਹੜਾ ਹੈਗਾ ਉਹ ਗਨ ਸਪਰੇਅ ਦਾ ਜਿਹੜਾ ਉਹ ਵਰਤਦੇ ਆ, ਜਿਹੜਾ ਕਿ ਉਹਦੇ ਨਾਲ ਹੁੰਦਾ ਕੀ ਹੈ ਕਿ ਜਿਹੜੀ ਦਵਾਈ ਹੈਗੀ ਆ ਉਹ ਪੂਰੇ ਟਾਰਗੇਟ ਤੱਕ ਨਹੀਂ ਪਹੁੰਚਦੀ। ਉਹਦਾ ਕਾਰਨ ਹੈ ਕਿਉਂਕਿ ਉਹਦਾ ਜਿਹੜਾ ਬਿਲਕੁਲ ਉਹ ਸਿੱਧੇ ਖੜੀ ਹੁੰਦੀ ਹੈ, ਉਹਦੇ ਨਾਲ ਜਿਹੜਾ ਹੱਥ ਦੀ ਪੋਜੀਸ਼ਨ ਹੈ ਉਹਦੇ ਨਾਲ ਜਿਹੜੀ ਉਹ ਹੈ ਉਹ ਹਵਾ ਦੇ ਵਿੱਚ ਦੀ ਸਪਰੇਅ ਜਿਹੜੀ ਹੁੰਦੀ ਹੈ। ਸੋ ਸਾਡੀ ਇਹੀ ਗੁਜ਼ਾਰਿਸ਼ ਹੈ ਵੀ ਜਿਹੜਾ ਜਿੱਦਾਂ ਪੁਰਾਣੇ ਟਾਈਮ 'ਚ ਅਸੀਂ ਨੈਪਸੈਪ ਸਪਰੇਅ ਵਰਤਦੇ ਸੀ, ਉਹਦੇ 'ਚ ਜਿਹੜੀ ਹੌਜ ਪਾਈਪ ਆ ਉਹਦੇ ਨਾਲ ਜਿਹੜੀ ਨੋਜ਼ਲ ਲੱਗਦੀ ਹੈ ਉਹਦਾ ਮੂੰਹ ਥੱਲੇ ਨੂੰ ਮਤਲਬ ਟਾਰਗੇਟ ਵੱਲ ਨੂੰ ਹੁੰਦਾ। ਸੋ ਉਹ ਜਿਹੜੀ ਆ ਪੁਰਾਤਨ ਜਿਹੜੀ ਤਕਨੀਕ ਹੈ ਉਹ ਸਾਨੂੰ ਵਰਤਣੀ ਚਾਹੀਦੀ ਹੈ। ਜਿਹੜੀ ਗਨ ਹੈ ਉਹਦੇ ਨਾਲ ਜਿਹੜੇ ਹੈਗੇ ਉਹ ਪੂਰੇ ਜਿਹੜੇ ਹੈਗੇ ਸਾਡੇ ਕੋਲ ਨਦੀਨਾਂ ਨਾਲ, ਚਾਹੇ ਉਹ ਕੀਟਨਾਸ਼ਕ ਵਰਤਦੀ ਹੈ ਚਾਹੇ ਉੱਲੀ ਯਾਨੀ ਕਿ ਜਿਹੜੀ ਕੋਈ ਬਿਮਾਰੀ ਹੁੰਦੀ ਹੈ ਉਹ ਜਿਹੜੇ ਪੂਰੀ ਰੋਕਥਾਮ ਜਿਹੜੀ ਹੈ ਉਹ ਨਹੀਂ ਕਰਦੇ। ਉਹਦਾ ਕਾਰਨ ਸਿਰਫ ਇਹੀ ਹੈ ਕਿ ਉਹਦੀ ਪੋਜੀਸ਼ਨ ਜਿਹੜੀ ਹੈਗੀ ਹੈ ਉਹ ਟਾਰਗੇਟ ਵੱਲ ਨਹੀਂ ਆ ਰਹੀ। ਸੋ ਸਪਰੇਅ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਮਸ਼ਵਰ ਕਰਕੇ ਸਲਾਹ ਕਰ ਲਈਏ ਤੇ ਫਿਰ ਆਪਾਂ ਸਪਰੇਅ ਦਾ ਮਨ ਬਣਾਈਏ। ਕੀ ਸ਼ੁਭ ਨਾਮ ਤੁਹਾਡਾ? ਅਮਰਿੰਦਰ ਸਿੰਘ। ਇਹੀ ਪਿੰਡ ਤੁਹਾਡਾ? ਹਾਂਜੀ, ਹਰੀਪੁਰ ਜੀ। ਅੱਛਾ ਤੇ ਕਿੰਨੀ ਖੇਤੀ ਕਰਦੇ ਹੋ? ਅਸੀਂ ਕਰਦੇ ਜੀ 30 ਕੁ ਖੇਤ ਦੇ ਲਗਭਗ। ਕਣਕ ਬੀਜ ਲਈ ਸਾਰੀ? ਹਾਂਜੀ, ਬੀਜ ਲਈ ਜੀ। ਕਿਹੜੀ ਵੈਰਾਈਟੀ ਲਾਈ ਜੀ? ਇਹ 272 3086 3226। ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸਣ ਦੇ ਆ ਵੀ ਨਦੀਨਾਂ ਦੀ ਰੋਕਥਾਮ ਵਾਸਤੇ ਉਪਰਾਲੇ ਸਹੀ ਢੰਗ ਨਾਲ ਕਰਨ ਦੀ ਜ਼ਰੂਰਤ ਹੈਗੀ ਏ, ਤੁਸੀਂ ਕਿਵੇਂ ਕਰਦੇ ਹੋ? ਨਦੀਨ ਮਰ ਜਾਂਦੇ ਆ ਸਪਰੇਅ ਕਰਨ ਨਾਲ? ਹਾਂਜੀ, ਸਾਡੇ ਤਾਂ ਮਰ ਜਾਂਦੇ ਜੀ, ਹਲੇ ਤੱਕ ਨਹੀਂ ਪ੍ਰੋਬਲਮ ਆਉਂਦੀ ਕੋਈ ਜ਼ਿਆਦਾ। ਜਿੱਦਾਂ ਫਸਲ ਚੇਂਜ ਕਰ ਲਓ ਅੱਛਾ ਤਾਂ ਜਿੱਦਾਂ ਚਾਰਾ ਵਗੈਰਾ ਬੀਜ ਲਈਦਾ, ਬਰਸੀਨ ਵਗੈਰਾ ਬੀਜ ਲਈਦਾ। ਜੇ ਕਿਤੇ ਜ਼ਿਆਦਾ ਪ੍ਰੋਬਲਮ ਆਵੇ ਉਹਨਾਂ ਕੋਲ ਨਹੀਂ ਫਰਕ ਪਏ, ਲੋੜ ਨਹੀਂ ਪੈਂਦੀ ਦਵਾਈ ਦੀ। ਤੇ ਪਰਾਲੀ ਸਾਰੀ ਜ਼ਮੀਨ 'ਚ ਵਾਹੀ ਸੀ? ਹਾਂਜੀ। ਤੇ ਸੁਪਰ ਸੀਡਰ ਨਾਲ ਬਿਜਾਈ ਕੀਤੀ? ਇਹ ਸੁਪਰ ਸੀਡਰ ਨਾਲ ਵੀ ਡਰਿਲ ਨਾਲ ਵੀ ਬਿਜਾਈ ਕੀਤੀ। ਜਿੱਦਾਂ ਕਿਤੇ ਸਾਡੇ ਕਿੰਨਾ ਚਿਰ ਹੋ ਗਿਆ ਸੁਪਰ ਸੀਡਰ ਜਾਂ ਡਰਿਲ ਨਾਲ ਪਰਾਲੀ ਨੂੰ ਜ਼ਮੀਨ 'ਚ ਵਾਹਣ ਤੋਂ ਬਾਅਦ ਕਣਕ ਨੂੰ ਬੀਜਦੇ ਆ? ਇਹ ਪਿਛਲੇ 1 ਸਾਲ ਤੋਂ। ਉਦੋਂ ਪਹਿਲਾਂ ਜਿੱਦਾਂ ਗੁੱਜਰ ਲੱਗੇ ਰਹਿੰਦੇ ਉਹ ਚੱਕ ਲੈਂਦੇ ਕਰਕੇ। ਜ਼ਮੀਨ ਦੀ ਉਪਜਾਊ ਸ਼ਕਤੀ ਕਿਹਾ ਜਾ ਰਿਹਾ, ਮਾਹਿਰ ਕਹਿ ਰਹੇ ਨੇ ਕਿ ਵੱਧ ਜਾਂਦੀ ਏ। ਜਾਂ ਸਤਨਾਮ ਸਿੰਘ ਵੀ ਕਹਿਣ ਡੇ ਸੀ ਵੀ ਫਰਕ ਹੌਲੀ ਹੌਲੀ ਖਾਦਾਂ ਦਾ ਪੈਂਦਾ। ਤੁਸੀਂ ਕੀ ਮਹਿਸੂਸ ਕੀਤਾ? ਵਾਕਿਆ ਪੈਂਦਾ ਜੀ। ਜ਼ਮੀਨ ਤੋਂ ਵਾਹੁਣ ਲੱਗਿਆ ਪਤਾ ਲੱਗਦਾ, ਫਸਲ ਤੋਂ ਪਤਾ ਲੱਗਦਾ ਸਾਰਾ। ਜਦੋਂ ਪਹਿਲਾਂ ਥੋੜ੍ਹਾ ਜਿਹਾ ਲੱਗਦਾ ਖੇਤ ਹੋਰ ਤਰ੍ਹਾਂ ਦਾ, ਤਾਂ ਮੁੜ ਕੇ ਤਾਂ ਬਾਅਦ ਵਿੱਚ ਤਾਂ ਸਹੀ ਰਹਿੰਦਾ। ਸ਼ੁਰੂਆਤੀ ਦੌਰ 'ਚ ਕਈ ਵਾਰੀ ਮਨ ਨੂੰ ਘਾਉਮਾ ਹੁੰਦਾ ਵੀ ਪਤਾ ਨਹੀਂ ਕੀ ਬਣ ਗਿਆ, ਲੇਕਿਨ ਬਾਅਦ ਦੇ ਵਿੱਚ ਵਧੀਆ ਫਸਲ ਬਣ ਜਾਂਦੀ। ਹਾਂਜੀ ਹਾਂਜੀ, ਬਾਅਦ ਵਿੱਚ ਬਣ ਜਾਂਦੇ। ਪਹਿਲਾਂ ਦੇਖਣ ਨੂੰ ਨਹੀਂ ਥੋੜ੍ਹਾ ਜਿਹਾ ਸੋਹਣਾ ਲੱਗਦਾ, ਬਾਕੀ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ। ਜਿਹੜੇ ਅੱਗ ਲਾਉਂਦੇ ਨੇ ਉਹਨਾਂ ਨੂੰ ਕੀ ਸਲਾਹ ਦਿਓਗੇ? ਜਿਹੜੇ ਅੱਗ ਲਾ ਕੇ ਕਣਕ ਬੀਜਦੇ ਆ ਜਾਂ ਅੱਗ ਲਾ ਕੇ ਭਾਵੇਂ ਦੇਖੋ ਹਰ ਕਿਸਾਨ ਦੀ ਆਪਣੀ ਮਜਬੂਰੀ ਹੋਏਗੀ, ਪਰ ਤੁਸੀਂ ਆਪਣਾ ਤਜਰਬਾ ਸਾਡੇ ਅਮਰਿੰਦਰ ਸਿੰਘ ਜੀ ਕਿਸਾਨਾਂ ਨਾਲ ਸਾਂਝਾ ਕਰੋ ਵੀ ਤੁਹਾਡਾ ਕੀ ਤੁਸੀਂ ਕਹਿਣਾ ਚਾਹੋਗੇ ਤਾਂ ਕਿ ਇਸ ਪੱਖੋਂ ਆਪਾਂ ਬਚਾ ਸਕੀਏ। ਦੇਖੋ ਜਿਹੜੀ ਪਰਾਲੀ ਏ, ਧੂੰਆਂ ਪਹਿਲਾਂ ਸਾਡੇ ਦੇਖੋ ਦਿਲੋਂ ਅੰਦਰੋਂ ਨਿਕਲਣਾ, ਫਿਰ ਦੂਜਿਆਂ ਨੂੰ ਨੁਕਸਾਨ ਕਰਨਾ। ਹਾਂਜੀ, ਨਹੀਂ ਇਹ ਤਾਂ ਗੱਲ ਹੈਗੀ ਆ। ਨਹੀਂ, ਅੱਗ ਲਗਾਉਣ ਦੇ ਨੁਕਸਾਨ ਹੀ ਨੁਕਸਾਨ ਆ, ਖੇਤਾਂ ਨੂੰ ਵੀ, ਵਾਤਾਵਰਨ ਨੂੰ ਵੀ, ਸਾਰੀ ਚੀਜ਼ ਨੂੰ ਨੁਕਸਾਨ ਹੀ ਨੁਕਸਾਨ ਆ ਅੱਗ ਲਗਾਉਣ ਦੇ। ਇਸ ਕਰਕੇ ਚਲੋ ਜਿੰਨਾ ਹੋ ਸਕੇ ਜਿੰਨੀ ਕੋਸ਼ਿਸ਼ ਕਰੋ ਕਿ ਅੱਗ ਨਾ ਲਗਾਈ ਜਾ ਸਕੇ। ਬਿਲਕੁਲ, ਅਸੀਂ ਇਹੀ ਕਹਿਣਾ ਚਾਹੁੰਦੇ ਹਾਂ। ਬਿਲਕੁਲ ਸਹੀ ਗੱਲ ਹੈ ਜੀ। ਔਰ ਇਹ ਮੈਂ ਸਮਝਣਾ ਕਿ ਸੁਨੇਹਾ ਕਿਸਾਨ ਵੱਲੋਂ ਅਮਰਿੰਦਰ ਸਿੰਘ ਇਹ ਹਰੀਪੁਰ ਪਿੰਡ ਦੇ ਕਿਸਾਨ ਨੇ ਜਿਨ੍ਹਾਂ ਨੇ ਆਪਣੇ ਤਜਰਬੇ ਆਪਣੇ ਨਾਲ ਸਾਂਝੇ ਕੀਤੇ ਨੇ। ਹੁਣ ਜੇ ਅਸੀਂ ਅੱਜ ਇਸ ਖੇਤ ਦਿਵਸ ਦੇ ਤਾਣੇ ਬਾਣੇ ਬਾਰੇ ਗੱਲ ਕਰੀਏ ਔਰ ਜ਼ਿਲ੍ਹੇ ਦੀ ਖੇਤੀ ਬਾਰੇ ਗੱਲ ਕਰੀਏ ਤੇ ਬੜੇ ਸੁਝਾਅ, ਬੜੀਆਂ ਸੋਚਾਂ ਜਿਹੜੀਆਂ ਉਹ ਕਿਸਾਨਾਂ ਵਾਸਤੇ ਮਹਿਕਮੇ ਵੱਲੋਂ, ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਹੁੰਚਾਈਆਂ ਜਾਣ ਰਹੀਆਂ। ਔਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਸਾਡੇ ਨਾਲ ਨੇ। ਇਸ ਕਿਸਾਨ ਦਿਵਸ ਜਿਹੜਾ ਆਪਾਂ ਖੇਤ ਦਿਵਸ ਲਾਉਂਦੇ ਆ ਅੱਜ, ਉਹਦੀ ਸਰਪ੍ਰਸਤੀ ਕਰਨ ਦੇ ਨੇ। ਕੀ ਕਹਿਣਾ ਚਾਹੋਗੇ ਤਾਂ ਕਿ ਕਿਸਾਨ ਜਿਹੜਾ ਉਹ ਸਹੀ ਢੰਗ ਨਾਲ ਖੇਤੀ ਕਰੇ, ਵਧੀਆ ਢੰਗ ਨਾਲ ਖੇਤੀ ਕਰੇ ਔਰ ਤਕਨੀਕੀ ਗਿਆਨ ਜ਼ਰੀਏ, ਜਿਸ ਤਰ੍ਹਾਂ ਸਤਨਾਮ ਸਿੰਘ ਨੇ ਕਿਹਾ, ਕੈਂਪਾਂ 'ਚ ਆਉਣ, ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਨ ਔਰ ਸਹੀ ਢੰਗ ਨਾਲ ਦਵਾਈਆਂ ਦਾ ਇਸਤੇਮਾਲ ਕਰਕੇ, ਖਾਦਾਂ ਦਾ ਇਸਤੇਮਾਲ ਕਰਕੇ ਔਰ KVK ਦੇ ਨਾਲ ਵੀ ਮਦਦ ਲੈ ਕੇ ਆਪਾਂ ਆਪਣੇ ਆਪ ਨੂੰ ਸੁਧਾਰ ਸਕੀਏ। ਔਰ ਜਿਹੜੇ ਆਪਾਂ ਗੱਲ ਕਰਨੇ ਆ ਸਹਾਇਕ ਧੰਦਿਆਂ ਦੀ, ਉਹਨਾਂ ਬਾਰੇ ਵੀ ਸਾਨੂੰ ਅੱਗੇ ਵਧਣ ਦੀ ਜ਼ਰੂਰਤ ਹੈਗੀ ਹੈ। ਹਾਂ, ਬਿਲਕੁਲ ਗੁਲਾਟੀ ਜੀ, ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਾਂਗਾ ਕਿਉਂਕਿ ਅਸੀਂ ਹਰ ਹਾੜੀ ਸੌਣੀ ਤੋਂ ਪਹਿਲਾਂ ਬਲਾਕ ਪੱਧਰ ਦੇ, ਪਿੰਡ ਪੱਧਰ ਦੇ ਔਰ ਜ਼ਿਲ੍ਹੇ ਦੇ ਜਿਹੜਾ ਅਸੀਂ ਕੈਂਪ ਲਗਾਉਂਦੇ ਹਾਂ, ਜਿੱਥੇ ਅਸੀਂ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੰਦੇ ਹਾਂ ਔਰ ਤਕਨੀਕੀ ਜਾਣਕਾਰੀ ਬਾਰੇ ਹਰ ਪਹਿਲੂਆਂ ਬਾਰੇ ਅਸੀਂ ਨੂੰ ਦੱਸਦੇ ਹਾਂ ਵੀ ਕਿਵੇਂ ਜੇ ਕੋਈ ਖੇਤੀ ਮਸ਼ੀਨਰੀ ਸਾਡੇ ਕੋਲ ਨਵੀਂ ਆਈ ਹੈ ਉਹਦੀ ਵਰਤੋਂ ਕਿਵੇਂ ਕਰਨੀ ਹੈ, ਜਾਂ ਸਪਰੇਅ ਕਿਵੇਂ ਕਰਨੀ ਹੈ, ਜਾਂ ਕਿਹੜੀ ਦਵਾਈ ਦੀ ਆਪਾਂ ਸਪਰੇਅ ਕਰਨੀ ਹੈ ਔਰ ਕਿੰਨਾ ਬੀਜ ਪਾਉਣਾ। ਜੇ ਕੋਈ ਨਵੀਂ ਕਿਸਮ ਆਈ ਉਹਦੇ ਬਾਰੇ ਅਸੀਂ ਸਾਰਾ ਉਹਦੇ ਬਾਰੇ ਦੱਸਦੇ ਹਾਂ। ਔਰ ਸਾਡਾ ਮੈਂ ਸਮਝਦਾ ਵੀ ਪਿਛਲੇ ਸਾਲਾਂ 'ਚ ਕਿਸਾਨਾਂ ਜੇ ਕੋਈ ਬਹੁਤ ਵੱਡੇ ਪੱਧਰ 'ਤੇ ਪਹਿਲਾਂ ਕਿਸਾਨ ਜਿਹੜੇ ਸੀ ਸਾਡੇ ਅੱਗ ਲਾਉਂਦੇ ਸੀ ਔਰ ਸਾਡਾ ਜਲੰਧਰ ਜ਼ਿਲ੍ਹਾ ਬਹੁਤ ਮਤਲਬ ਇੱਕਦਮ ਸਾਡੀ ਜਿਹੜੀਆਂ ਅੱਗ ਦੇ ਆਪਾਂ ਲਾਈਏ ਗੱਲ ਕਰੀਏ ਤੇ ਬਹੁਤ ਹੀ ਜਿਹੜੀ ਸਾਡੇ ਪੁਆਇੰਟਸ ਜਿਹੜੇ ਨੇ ਉਹ ਘਟ ਗਏ ਨੇ ਔਰ ਕਿਸਾਨ ਵੀ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਜਿਹੜੀ ਇਹ ਪਰਾਲੀ ਨੂੰ ਵਾਹ ਕੇ ਔਰ ਆਪਣੀ ਬਿਜਾਈ ਕਰਦੇ ਨੇ। ਔਰ ਤੁਸੀਂ ਆਮ ਦੇਖਿਆ ਹੋਣਾ ਵੀ ਇਹ ਸਾਡਾ ਜਿਹੜਾ ਖੇਤ ਦਿਵਸ ਹੈ ਇਹਦੇ ਵਿੱਚ ਕਿਸਾਨ ਵੀਰ ਜਿਹੜੇ ਸਾਡੇ ਖੁਦ ਆਪ ਮਹਾਰੇ ਗੱਲ ਕਰ ਰਹੇ ਨੇ
ਭਈ ਅਸੀਂ ਜਿਹੜੀ ਹੈ ਬਿਜਾਈ ਜਿਹੜੀ ਹੈ ਹੈਪੀ ਸੀਡਰ ਨਾਲ ਕੀਤੀ ਔਰ ਪਰਾਲੀ ਜਿਹੜੀ ਹੈ ਵਿੱਚ ਦਬਾ ਕੇ ਕੀਤੀ ਹੈ ਔਰ ਸਾਨੂੰ ਇਸ ਦਾ ਫਾਇਦਾ ਹੋਇਆ। ਇਸੇ ਤਰ੍ਹਾਂ ਆਪਾਂ ਸੁਸਾਇਟੀਆਂ ਜਿਹੜੀ ਗੱਲ ਕਰੀਏ, ਸੈਕਟਰੀ ਸਾਹਿਬ ਨੇ ਦੱਸਿਆ ਵੀ ਕਿਉਂਕਿ ਸਾਡੇ ਕੋਲ ਮਸ਼ੀਨਰੀ ਜਿਹੜੀ ਮੈਂ ਗੱਲ ਕਰ ਰਿਹਾ ਵੀ ਆਪਾਂ ਮਸ਼ੀਨਰੀ ਸੁਸਾਇਟੀਆਂ 'ਚ ਸਬਸਿਡੀ ਦਿੱਤੀ ਹੈ ਔਰ ਤੁਸੀਂ ਇਮੈਜਿਨ ਕਰ ਸਕਦੇ ਹੋ। ਦੇਖੋ ਇਹਨਾਂ ਨੇ ਆਪ ਦੱਸਿਆ ਵੀ ਸਾਡਾ ਇੱਥੇ ਘੱਟੋ ਘੱਟ 150 ਕਿਸਾਨ ਨੇ ਸਾਡੇ ਕੋਲੋਂ ਮਸ਼ੀਨਰੀ ਜਿਹੜੀ ਹੈ ਲੈ ਕੇ ਇਹਦੀ ਬਿਜਾਈ ਕੀਤੀ ਹੈ। ਔਰ ਕਹਿਣ ਦਾ ਭਾਵ ਮੇਰਾ ਖਿਆਲ ਆ ਵੀ ਜੇ 300 ਕਿਸਾਨ ਵੀ ਲਾ ਲਈਏ ਤਾਂ ਘੱਟੋ ਘੱਟ 50% ਜਿਹੜੀ ਹੈ ਕਿ ਇਹ ਜਿਹੜੀ ਬਿਜਾਈ ਹੈ ਇਹਨਾਂ ਨੇ ਸੁਸਾਇਟੀ ਤੋਂ ਲੈ ਕੇ ਕੀਤੀ ਹੈ ਔਰ ਹੋ ਸਕਦਾ ਵੀ ਬਾਕੀਆਂ ਕੋਲ ਜਿਹੜੀ ਉਹਨਾਂ ਦੀ ਆਪਣੀ ਮਸ਼ੀਨਰੀ ਹੋਵੇ। ਸੋ ਕਹਿਣ ਦਾ ਭਾਵ ਹੈ ਵੀ ਇਹ ਜਿਹੜੀ ਹੈ ਕੁਛ ਨਾ ਮਾਤਰ ਜਿਹੜੇ ਸਾਡੇ ਕੋਲ ਕਿਸਾਨ ਨੇ, ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਜਿਹੜੇ ਕੋਈ ਰਹਿ ਗਏ ਨੇ, ਕੋਈ ਜਿਹੜਾ ਥੋੜ੍ਹੇ ਬਹੁਤੇ ਕੋਈ ਇੱਕ ਅੱਧਾ ਜਿਹੜਾ ਕੋਈ ਅੱਗ ਉਹ ਵੀ ਪੂਰੇ ਵੱਡੇ ਪੱਧਰ 'ਤੇ ਨਹੀਂ ਲਾਉਂਦੇ, ਉਹ ਐਵੇਂ ਪਰਾਲੀ ਮਾੜੀ ਜੀ ਇਕੱਠੀ ਕਰਕੇ ਲਗਾ ਦਿੰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਇਸ ਪਾਸੇ ਆਉਣ ਔਰ ਜਿਹੜਾ ਆਪਣਾ ਜ਼ੀਰੋ ਜਿਹੜੀ ਬਰਨਿੰਗ ਜਿਹੜੀ ਹੈ ਉਸ ਪਾਸੇ ਸਾਡਾ ਜਿਹੜਾ ਟਾਰਗੇਟ ਆ ਉਹ ਸਾਨੂੰ ਅਚੀਵ ਕਰਾਉਣ। ਮੈਂ ਉਹਨਾਂ ਦਾ ਸਾਰਿਆਂ ਦਾ ਉਹਨੂੰ ਅਪੀਲ ਕਰਦੇ ਹੋਏ ਮੈਂ ਜ਼ਰੂਰ ਬੇਨਤੀ ਕਰਾਂਗਾ। ਬਿਲਕੁਲ ਜੀ। ਔਰ ਇਹ ਜਿਹੜੀਆਂ ਬੇਨਤੀਆਂ ਨੇ, ਜੋ ਤਕਨੀਕਾਂ ਨੇ, ਉਹ ਕਿਸਾਨਾਂ ਤੱਕ ਪਹੁੰਚਾਉਣ ਦੇ ਉਪਰਾਲੇ ਹਰ ਪੱਖੋਂ ਕੀਤੇ ਜਾ ਵੀ ਰਹੇ ਨੇ ਅਤੇ ਗੱਲ ਮੁੱਕਦੀ ਉੱਥੇ ਹੀ ਹੈ ਕਿ ਕੰਮ ਆਪਾਂ ਕਰਨਾ, ਇੰਪਲੀਮੈਂਟ ਅਸੀਂ ਕਰਨਾ। ਮਹਿਕਮੇ ਨੇ ਤੇ ਕਹਿ ਕੇ ਚਲੇ ਜਾਣਾ, ਲੇਕਿਨ ਉਹਨੂੰ ਲਾਗੂ ਅਸੀਂ ਕਰਨਾ ਔਰ ਸੋਚਾਂ ਨੂੰ ਲਾਗੂ ਜਿਹੜਾ ਕਿਸਾਨ ਕਰਦਾ ਹੈ ਉਹ ਫਿਰ ਅਗਾਂਹ ਵਧੂ ਕਾਸ਼ਤਕਾਰ ਜਿਹੜਾ ਅਖਵਾਉਂਦਾ, ਉਹ ਰਾਹ ਦਿਸੇ ਵਾਲਾ ਕਿਸਾਨ ਇਲਾਕੇ ਦਾ ਬੰਦਾ। ਡਾਕਟਰ ਸੁਰਿੰਦਰ ਸਿੰਘ ਜੀ, ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਵੀ ਨਾ ਦੇਖੋ, ਜਿਸ ਇਲਾਕੇ 'ਚ ਆਪਾਂ ਇਹ ਦੁਆਬੇ ਦਾ ਇਲਾਕਾ ਗਿਣਿਆ ਜਾਂਦਾ ਹੈ, ਉਹ ਇੱਥੋਂ ਕਿਸਾਨ ਬਾਹਰ ਜਾਣ ਨੂੰ ਬੜਾ ਤਤਪਰ ਰਹਿੰਦਾ, ਨੌਜਵਾਨ ਵੀ ਬਾਹਰ ਨੂੰ ਜਾਂਦੇ ਨੇ ਅਤੇ ਸਿਖਲਾਈਆਂ ਵੀ ਤੁਸੀਂ ਕਾਫੀ ਉਪਰਾਲੇ ਕਰ ਸਕਦੇ ਹੋ। ਤੁਹਾਡੇ ਕੋਲ ਸਕੀਮਾਂ ਵੀ ਬਥੇਰੀਆਂ ਹੈਗੀਆਂ ਔਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜ਼ਰੀਏ ਵੀ ਆਪਾਂ ਸਿਖਲਾਈਆਂ ਲਾਉਂਦੇ ਹਾਂ। ਨੌਜਵਾਨਾਂ ਵਾਸਤੇ ਕੋਈ ਸੁਨੇਹਾ ਤੁਸੀਂ ਦਿਓ ਤਾਂ ਕਿ ਨੌਜਵਾਨ ਜਿਹੜੇ ਨੇ ਉਹ ਤਕਨੀਕੀ ਗਿਆਨ ਦੇ ਨਾਲ ਜਦੋਂ ਅਸੀਂ ਕੋਈ ਕੰਮ ਧੰਦਾ ਕਰਨੇ ਆ ਅਤੇ ਫਿਰ ਕਾਫੀ ਢੰਗ ਦੇ ਨਾਲ ਵਧੀਆ ਆਪਣੇ ਆਪ ਨੂੰ ਆਪਾਂ ਸਮਾਜ ਨੂੰ ਵੀ ਅਤੇ ਆਪਣੇ ਪਰਿਵਾਰ ਨੂੰ ਵੀ ਸੁਧਾਰ ਸਕਦੇ ਹਾਂ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਜਿਸ ਆਪਾਂ ਜੇ ਖੇਤੀ ਮਸ਼ੀਨਰੀ ਦੀ ਗੱਲ ਕਰੀਏ, ਨੌਜਵਾਨ ਬਹੁਤ ਸਾਰੇ ਸਾਡੇ ਗਰੁੱਪ ਸੀ ਜਿਨ੍ਹਾਂ ਨੇ ਇਹ ਖੇਤੀ ਮਸ਼ੀਨਰੀ ਲੈ ਕੇ ਔਰ ਆਪਣੀ ਵੀ ਖੇਤੀ ਕੀਤੀ ਔਰ ਉਤੋਂ ਜਿਹੜਾ ਦੂਜਿਆਂ ਦੇ ਕਿਰਾਏ 'ਤੇ ਵੀ ਇਹ ਜਿਹੜੀ ਆਪਣੇ ਵਹਾਈ ਕੀਤੀ ਹੈ ਔਰ ਉਹ ਆਪਣੀ ਮਸ਼ੀਨਰੀ ਜਿਹੜੀ ਇੱਕ ਸੀਜ਼ਨ ਦੇ ਵਿੱਚ ਹੀ ਉਹਨਾਂ ਨੇ ਇਹ ਜਿਹੜਾ ਸਾਰਾ ਜਿਹੜਾ ਸੀ ਉਹ ਪੈਸੇ ਲਗਾਏ ਸੀ ਉਹ ਲਾ ਲਿਆ। ਸੋ ਕਹਿਣ ਦਾ ਭਾਵ ਆ ਵੀ ਇਹ ਸਾਡੇ ਕਿਸਾਨ ਗਰੁੱਪ ਜਿਹੜੇ ਸੀ, ਇੰਡੀਵਿਜੂਅਲ ਵੀ ਜਿਹੜੇ ਦੂਸਰੇ ਵੀ ਸੀ, ਈਵਨ ਕਿ ਇੰਡੀਵਿਜੂਅਲ ਕਿਸਾਨ ਵੀ ਜਿਹੜੇ ਨੇ ਉਹ ਆਪਣੀ ਬਿਜਾਈ ਕਰਨ ਦੇ ਨਾਲ ਦੂਜੇ ਕਿਸਾਨਾਂ ਦੀ ਬਿਜਾਈ ਕਰਦੇ ਔਰ ਉਹ ਇੱਕ ਤਰ੍ਹਾਂ ਨਾਲ ਉਹਨਾਂ ਨੇ ਇਹ ਆਪਣਾ ਧੰਦਾ ਅਪਣਾਇਆ ਔਰ ਇਹਦੇ ਵਿੱਚ ਵੀ ਉਹਨਾਂ ਨੇ ਆਪਣੀ ਜਿਹੜੀ ਇਨਕਮ ਨੂੰ ਵਧਾਇਆ। ਸੋ ਅੱਜ ਇਸ ਖੇਤ ਦਿਵਸ ਦੇ ਮੌਕੇ ਦੇ ਉੱਤੇ ਡਾਕਟਰ ਸੁਰਿੰਦਰ ਸਿੰਘ, ਡਾਕਟਰ ਸਤਨਾਮ ਸਿੰਘ, ਡਾਕਟਰ ਸੰਜੀਵ ਕਟਾਰੀਆ ਜੀ, ਰੁਪਿੰਦਰ ਚੰਡੇਲ ਜੀ, ਡਾਕਟਰ ਅਮਰਜੀਤ ਸਿੰਘ ਬੱਲ ਜੀ, ਸੁਖਵਿੰਦਰ ਸਿੰਘ ਜੀ, ਸੁਖਵਿੰਦਰ ਕੁਮਾਰ ਜੀ, ਇਹ ਸਾਰੇ ਮਾਹਿਰ ਜਿਹੜੇ ਇੱਥੇ ਹੈਗੇ ਨੇ, ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਕਿਸਾਨਾਂ ਦਾ ਵੀ ਜਿਨ੍ਹਾਂ ਨੇ ਇੱਥੇ ਇਸ ਖੇਤ ਦਿਵਸ ਆਏ ਨੇ, ਬਹੁਤ ਬਹੁਤ ਮਿਹਰਬਾਨੀ ਜੀ।